ਦਿੱਲੀ ਸ਼ਰਾਬ ਘੁਟਾਲੇ ਦੇ ਵਿੱਚ ਮਨੀਸ਼ ਸਿਸੋਦੀਆ ਤੋਂ ਬਾਅਦ ਹੁਣ ਸੰਜੇ ਸਿੰਘ ਦੀ ਗ੍ਰਿਫਤਾਰੀ ਹੋਈ ਹੈ, ਤਾਂ ਹੁਣ ਸਵਾਲ ਉੱਠਣ ਲੱਗੇ ਨੇ ਕਿ ਹੁਣ ਅਗਲਾ ਨੰਬਰ ਕਿਹਦਾ ਹੈ। ਪੰਜਾਬ ਦੇ ਵਿੱਚੋਂ ਵੀ ਕਿਸੇ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿ ਇਸ ਤੋਂ ਬਾਅਦ ਕੇਜਰੀਵਾਲ ਜਾਂ ਕੇਜਰੀਵਾਲ ਤੋਂ ਬਾਅਦ ਪੰਜਾਬ ਵਾਲੇ ਪਾਸੇ ਨੂੰ ਵੀ ਜਿਹੜਾ ਇਹਦਾ ਸੇਕ ਵੱਧ ਸਕਦਾ ਹੈ, ਕਿਉਂਕਿ ਪਿਛਲੇ ਦਿਨੀ ਇਸੇ ਮਾਮਲੇ ਨੂੰ ਲੈ ਕੇ ਕਹਿੰਦੇ ਕਿ ਪੰਜਾਬ ਦੇ ਵਿੱਚੋਂ ਵੀ ਕੁਝ ਲੋਕਾਂ ਨੂੰ ਪੁੱਛਗਿੱਛ ਦੇ ਲਈ ਸੱਦਿਆ ਗਿਆ ਸੀ। ਉਧਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਮੋਦੀ ਸਾਹਿਬ ਡਰ ਗਏ ਹੈ, ਇਸ ਕਰਕੇ ਸਾਡੇ ਨਾਲ ਪੋਲੀਟੀਕਲ ਵੈਂਡੈਟਾ ਕੀਤਾ ਜਾ ਰਿਹਾ। ਤਾਂ ਉਧਰ ਵਿਰੋਧੀ ਸਵਾਲ ਚੁੱਕ ਰਹੇ ਨੇ ਕਿ ਜਦੋਂ ਤੁਸੀਂ ਪੰਜਾਬ ਦੇ ਵਿੱਚ ਗ੍ਰਿਫਤਾਰੀਆਂ ਕਰਦੇ ਹੋ ਉਦੋਂ ਤੁਸੀਂ ਦਮਗਜੇ ਇਮਾਨਦਾਰੀ ਦੇ ਮਾਰਦੇ ਹੋ, ਤੇ ਅੱਜ ਤੁਸੀਂ ਜਦੋਂ ਤੁਹਾਡੇ ਆਪਣੇ ਬੰਦਿਆਂ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਤੁਸੀਂ ਪੋਲੀਟੀਕਲ ਵੈਂਡੈਟਾ ਦਾ ਰੱਟਾ ਪਾਉਂਦੇ ਹੋ। ਤਾਂ ਇਸ ਪੂਰੇ ਮਾਮਲੇ ਦੇ ਵਿੱਚ ਹੈ ਕੀ ਹੈ, ਕੌਣ ਕੀ ਕੁਝ ਹੈਗਾ, ਇਸ ਪੂਰੇ ਮਾਮਲੇ ਨੂੰ ਤੁਹਾਨੂੰ ਸਮਝਾਉਣ ਦੇ ਲਈ, ਇਹਦੇ ਅੱਗੇ ਪਿੱਛੇ ਦੀ ਸੱਚਾਈ ਕੀ ਆ ਉਹ ਦੱਸਣ ਦੇ ਲਈ ਮੇਰੇ ਨਾਲ ਜੁੜੇ ਹੋਏ ਆ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਸਾਹਿਬ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰਗਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰੂੰਗਾ। ਸੇਖੋਂ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸ਼ੁਕਰੀਆ ਜੀ। ਸਰ, ਇਹ ਕੀ ਚੱਲ ਕੀ ਰਿਹਾ ਹੈ? ਪੋਲੀਟੀਕਲ ਵੈਂਡੈਟਾ ਹੈਗਾ ਜਾਂ ਨਹੀਂ ਹੈਗਾ? ਪੰਜਾਬ ਦੇ ਵਿੱਚ ਕੀ ਚੱਲ ਰਿਹਾ ਹੈ, ਦਿੱਲੀ ਦੇ ਵਿੱਚ ਕੀ ਚੱਲ ਰਿਹਾ, ਉਹ ਤਾਂ ਆਪਾਂ ਗੱਲ ਬਾਅਦ 'ਚ ਕਰਦੇ ਹਾਂ। ਪਰ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਸ਼ਰਾਬ ਘੁਟਾਲਾ ਸਮਝਾ ਦਿਓ, ਫਿਰ ਇਹ ਮਨੀਸ਼ ਸਿਸੋਦੀਆ ਤੋਂ ਬਾਅਦ ਇਹ ਸੰਜੇ ਸਿੰਘ ਕਿਵੇਂ ਆ ਜਾਂਦੇ ਆ ਇਹਦੇ ਵਿੱਚ, ਤੇ ਹੋਰ ਕੌਣ ਕੌਣ ਆ ਸਕਦਾ ਹੈ ਕਿ ਇਹਦਾ ਸੇਕ ਕੇਜਰੀਵਾਲ ਤੋਂ ਬਾਅਦ ਪੰਜਾਬ ਤੇ ਵੀ ਪਹੁੰਚ ਸਕਦਾ ਹੈ, ਇਹ ਤੁਹਾਨੂੰ ਸਮਝਾਇਓ ਜੀ। ਦੇਖੋ, ਇਹ ਜਿਹੜਾ ਸਾਰਾ ਪਹਿਲੀ ਗੱਲ ਤਾਂ ਬਹੁਤ ਅਨਫੋਰਚੂਨੇਟ ਜੋ ਘਟਨਾਵਾਂ ਵਾਪਰ ਰਹੀਆਂ ਦੇਸ਼ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਹੋਰਨਾਂ ਸੂਬਿਆਂ ਦੇ ਵਿੱਚ, ਇਸ ਕਿਸਮ ਦੀ ਰਾਜਨੀਤੀ ਖੇਡੀ ਜਾ ਰਹੀ ਆ ਜੀ ਰਾਜ ਕਰਨ ਵਾਲੀਆਂ ਧਿਰਾਂ ਦੇ ਵਿੱਚ, ਉਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਆਮ ਲੋਕਾਂ ਦਾ ਹੋ ਰਿਹਾ, ਆਮ ਜਨਤਾ ਦਾ ਹੋ ਰਿਹਾ ਕਿ ਜਿਹੜੇ ਉਹਨਾਂ ਦੇ ਕੋਰ ਮੁੱਦੇ ਆ, ਜਿਹੜੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਆ, ਉਹਨਾਂ ਸਾਰਿਆਂ ਤੋਂ ਧਿਆਨ ਲਾਂਭੇ ਕਰਕੇ ਤੇ ਇੱਕ ਨਵੀਂ ਕਿਸਮ ਦੀ ਜਿਹੜੀ ਆ ਬਹਿਸ, ਨਵੀਂ ਕਿਸਮ ਦੀ ਸੈਂਸੇਸ਼ਨ ਜਿਹੜੀਆਂ ਰਾਜ ਕਰਨ ਵਾਲੀਆਂ ਧਿਰਾਂ ਜਿਹੜੀਆਂ ਉਹ ਸ਼ੁਰੂ ਕਰ ਦੇਣ। ਉਹ ਦਿੱਲੀ ਦੇ ਵਿੱਚ ਵੀ ਹੈਗਾ ਵਾ, ਉਹ ਪੰਜਾਬ ਦੇ ਵਿੱਚ ਵੀ ਕਦੀ ਇਸ ਕਿਸਮ ਦੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ। ਦਿੱਲੀ ਸਾਨੂੰ ਸਭ ਨੂੰ ਪਤਾ ਕਿ ਦਿੱਲੀ ਜਿਹੜੀ ਆ ਯੂਨੀਅਨ ਟੈਰੀਟਰੀ ਹੈਗੀ ਆ, ਔਰ ਦਿੱਲੀ ਜਿਹੜੀ ਸੀਗੀ ਉਹਦੀ ਜਿਹੜੀ ਵਿਧਾਨ ਸਭਾ ਸੀ ਉਹ 1993 ਦੇ ਵਿੱਚ ਆਈ ਸੀ, ਇਹ ਹੋਂਦ ਦੇ ਵਿੱਚ ਆਈ ਸੀਗੀ। ਤੇ 93 ਤੋਂ ਆਉਣ ਤੋਂ ਬਾਅਦ ਉੱਥੇ ਜਿਹੜਾ ਸੀਗਾ ਇਹ ਜਿਹੜੀਆਂ ਇਲੈਕਸ਼ਨਸ ਹੋਈਆਂ ਸੀ, ਫਿਰ 15 ਸਾਲ ਉੱਥੇ ਸ਼ੀਲਾ ਜਿਹੜੀ ਦੀਕਸ਼ਿਤ ਸੀ ਉਹ 1998 ਤੋਂ ਲੈ ਕੇ 2013 ਤੱਕ ਸ਼ੀਲਾ ਦੀਕਸ਼ਿਤ ਉਹਦੇ ਰਹੇ ਸੀ। ਉਸ ਤੋਂ ਪਹਿਲਾਂ ਸਾਹਿਬ ਸਿੰਘ ਵਰਮਾ ਵੀ ਰਹੇ ਸੀਗੇ, ਉਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਹੁਣੀ ਵੀ ਰਹੇ ਸੀਗੇ, ਬੀਜੇਪੀ ਵਾਲੇ ਸੀਗੇ। ਤਾਂ ਬੀਜੇਪੀ ਪਿਛਲੇ ਲੰਮੇ ਸਮੇਂ ਤੋਂ, ਖਾਸ ਕਰਕੇ 15 ਸਾਲਾਂ ਤੋਂ ਉੱਥੇ ਤਕਰੀਬਨ ਤਾਕਤ ਦੇ ਵਿੱਚੋਂ ਬਾਹਰ ਹੈਗੀ ਆ। ਦਿੱਲੀ ਯੂਨੀਅਨ ਟੈਰੀਟਰੀ ਦੇ ਵਿੱਚ ਉਹਦੀਆਂ ਹੈਗੀਆਂ ਸਰਕਾਰ ਦੀਆਂ ਬਹੁਤ ਲਿਮਟਿਡ ਪਾਵਰਸ ਹੈਗੀਆਂ, ਕਿਉਂਕਿ ਉਹ ਯੂਨੀਅਨ ਟੈਰੀਟਰੀ ਏਰੀਆ ਹੈਗਾ ਵਾ ਸਾਡੀ, ਉੱਥੇ ਸਾਰੀ ਕੇਂਦਰੀ ਸਰਕਾਰ ਉੱਥੇ ਹੈਗੀ ਆ, ਪਾਰਲੀਮੈਂਟ ਹੈਗੀ ਆ। ਤਾਂ ਜਿਹੜੀ ਉੱਥੋਂ ਦੀ ਸਰਕਾਰ ਹੈਗੀ ਆ ਉਹਦੇ ਕੋਲ ਜਿਹੜੀਆਂ ਖਾਸ ਕਰਕੇ ਫੈਸਲਾ ਲੈਣ ਦੀਆਂ ਸ਼ਕਤੀਆਂ ਜਿਹੜੀਆਂ ਉਹ ਬਹੁਤ ਘੱਟ ਹੈਗੀਆਂ। ਔਰ ਕਿਉਂਕਿ ਲੈਫਟੀਨੈਂਟ ਗਵਰਨਰ ਜਿਹੜੇ ਹੈਗੇ ਆ ਉਹ ਸਿੱਧੇ ਤੌਰ ਤੇ ਹੋਮ ਮਿਨਿਸਟਰ ਦੇ ਨਾਲ ਕੰਮ ਕਰਦੇ ਆ, ਜਦੋਂ ਤੱਕ ਤਾਂ ਸੰਬੰਧ ਸੁਖਾਲੇ ਹੁੰਦੇ ਆ। ਇਹ ਦੇਖਿਆ ਹੋਣਾ ਕਿ ਸ਼ੀਲਾ ਦੀਕਸ਼ਿਤ ਵੇਲੇ ਜਿਹੜੀ ਸੀ ਕਾਂਗਰਸ ਦੀ ਸਰਕਾਰ ਸੀਗੀ, ਔਰ ਉਸ ਤੋਂ ਬਾਅਦ ਜਿਹੜਾ ਸੀਗਾ ਆਪਣਾ ਬੀਜੇਪੀ ਦੀ ਸਰਕਾਰ ਰਹੀ ਸੀਗੀ 2004 ਤੱਕ, ਕਦੀ ਇਦਾਂ ਦਾ ਕੋਈ ਮੁੱਦਾ ਨਹੀਂ ਸੀ ਆਇਆ। ਉਸ ਤੋਂ ਬਾਅਦ ਚਲੋ ਕਾਂਗਰਸ ਦੀ ਸਰਕਾਰ ਸੀ। ਆਮ ਆਦਮੀ ਪਾਰਟੀ ਆਉਣ ਦੇ ਨਾਲ ਇਹਨਾਂ ਨੇ ਇੱਕ ਨਵੀਂ ਕਿਸਮ ਦੀ ਰਾਜਨੀਤੀ ਦੀ ਗੱਲ ਕੀਤੀ, ਨਵੀਂ ਕਿਸਮ ਦੀ ਰਾਜਨੀਤੀ ਜਿਹੜੀ ਹੈਗੀ ਲਿਆਉਣ ਦੀ ਕੀਤੀ, ਔਰ ਇਹ ਆਪਣੇ ਆਪ ਨੂੰ ਜਿਹੜਾ ਇਹ ਦੱਸ ਕੇ ਕਿ ਅਸੀਂ ਲੋਕਾਂ ਦੇ ਨੁਮਾਇੰਦੇ ਆ, ਅਸੀਂ ਸੱਚੇ ਸੁੱਚੇ ਆ, ਅਸੀਂ ਜਿਹੜੇ ਲੋਕ ਹਤੈਸ਼ੀ ਹੈਗੇ, ਉਹ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡਾ ਉਹਦੇ ਵਿੱਚ ਮਾਨ ਸਨਮਾਨ ਵੀ ਬਖਸ਼ਿਆ। 13 ਜਿਹਨਾਂ ਦੀ ਸਰਕਾਰ ਸ਼ੁਰੂ ਹੋਈ, ਆਲਮੋਸਟ 10 ਸਾਲ ਜਿਹੜਾ ਉਹ ਸਰਕਾਰ ਨੂੰ ਉੱਥੇ ਹੋ ਗਿਆ। ਪਰ ਇਹਨਾਂ ਨੇ ਜਿਹੜਾ ਹੈਗਾ ਸੀ, ਜਿਹੜਾ ਆਪਣਾ ਇੱਕ ਕਿਸਮ ਦਾ ਨਰੇਟਿਵ ਸੀਗਾ ਜਾਂ ਆਪਣਾ ਇੱਕ ਕਿਸਮ ਦੀ ਰਾਜਨੀਤੀ ਸੀਗੀ, ਇਹ ਦੇਖਦਿਆਂ ਹੋਇਆ ਕਿ ਇਹ ਯੂਨੀਅਨ ਟੈਰੀਟਰੀ ਹੈਗੀ ਆ, ਇਹ ਦੇਖਦਿਆਂ ਹੋਇਆ ਕਿ ਇਹ ਅਸੀਂ ਜਿਹੜਾ ਕਿਸ ਤਰੀਕੇ ਨਾਲ ਮੁੱਦਿਆਂ ਨੂੰ ਸੋਲਵ ਕਰ ਸਕਦੇ, ਐਜੀਟੇਸ਼ਨਲ ਪੋਲਿਟਿਕਸ ਸ਼ੁਰੂ ਕੀਤੀ ਕਿ ਜਿਹਦੇ ਵਿੱਚ ਜਿਹੜਾ ਹੈਗਾ ਸੀ ਬੀਜੇਪੀ ਨੂੰ ਵੀ ਇਹ ਰਾਸ ਨਾ ਆਇਆ, ਕਿਉਂਕਿ ਪਹਿਲੀ ਵਾਰੀ ਬੀਜੇਪੀ ਸਿੰਗਲ ਲਾਰਜੈਸਟ ਪਾਰਟੀ ਬਣੀ ਸੀ 2013 ਦੇ ਵਿੱਚ, ਤੇ ਕਾਂਗਰਸ ਦੀ ਮਦਦ ਦੇ ਨਾਲ ਜਿਹੜਾ ਸੀ ਇਹਨਾਂ ਨੇ 2 ਸਾਲਾਂ ਲਈ ਸਰਕਾਰ ਬਣਾਈ ਸੀ। 15 ਦੇ ਵਿੱਚ ਇਹਨੇ ਸਾਰਾ ਪਾਸਾ ਹੀ ਉਲਟਾ ਕਰ ਦਿੱਤਾ। 17 ਜੋ ਜਿਹੜੀਆਂ ਹੈਗੀਆਂ ਸੀ 67 ਸੀਟਾਂ ਜਿੱਤ ਲਈਆਂ, ਜਦੋਂ ਕਿ 14 ਦੇ ਵਿੱਚ ਬੀਜੇਪੀ ਨੇ ਸੱਤੇ ਦੇ 7 ਸੀਟਾਂ ਲੈ ਲਈਆਂ, 19 ਚ ਵੀ ਬੀਜੇਪੀ 7 ਪਾਰਲੀਮੈਂਟ ਦੀਆਂ ਸੀਟਾਂ ਜਿੱਤ ਕੇ 20 ਦੇ ਵਿੱਚ ਇਹਨਾਂ ਨੇ ਫਿਰ 63 ਸੀਟਾਂ ਲੈ ਗਈਆਂ। ਇਹ ਪੋਲੀਟੀਕਲ ਜਿਹੜੀ ਇਸ ਕਿਸਮ ਦੀ ਇਹਨਾਂ ਦੀ ਆਪਸੀ ਜਿਹੜੀ ਤਾਂ ਚੱਲਦੀ ਸੀ ਜੋ ਵੀ ਸੀਗਾ। ਇਹ ਸਭ ਤੋਂ ਵੱਡੀ ਗੱਲ ਉਦੋਂ ਹੋਈ, ਸਮੱਸਿਆ ਉਦੋਂ ਆਈ ਕਿ ਜਦੋਂ ਇੱਕ ਚੱਲਦੀ ਹੋਈ ਜਿਹੜੀ ਇੱਕ ਸ਼ਰਾਬ ਦੀ ਨੀਤੀ ਸੀ, ਤੁਹਾਨੂੰ ਸਭ ਨੂੰ ਪਤਾ ਹੋਵੇ ਕਿ ਪਹਿਲੇ ਸਮਿਆਂ 'ਚ ਜਿੰਨੀ ਵੀ ਸ਼ਰਾਬ ਦੀ ਉੱਥੇ ਵਿਕਰੀ ਹੁੰਦੀ ਸੀ ਉਹ ਸਰਕਾਰੀ ਦੁਕਾਨਾਂ ਤੋਂ ਹੁੰਦੀ ਸੀ, ਔਰ ਬਾਅਦ ਦੇ ਵਿੱਚ ਇਹਨਾਂ ਨੇ ਰੈਵਨਿਊ
ਇਹ ਸੋਚ ਕੇ ਵੀ ਕਿਉਂਕਿ ਸਟੇਟ ਹੈਗੀ ਆ ਔਰ ਸਟੇਟ ਨੂੰ ਜਿਹੜਾ ਹੈਗਾ ਵਾ ਇਹ ਪਾਲਿਸੀ ਮੈਟਰ ਜਿਹੜਾ ਹੈਗਾ ਉਹਦੇ ਉੱਤੇ ਫੈਸਲਾ ਲੈ ਸਕਦੀ ਆ, ਪਾਲਿਸੀ ਚੇਂਜ ਕਰ ਸਕਦੀ ਆ। ਜਿਵੇਂ ਕਹਿੰਦੇ ਆ ਕਿ ਅਸੀਂ ਕਿਹਾ ਕਿ ਉਹਦਾ ਰੈਵਨਿਊ ਵਧਾਇਆ ਜਾਊਗਾ ਜਾਂ ਜਿਹੜਾ ਉੱਥੇ ਉਸ ਪੁਰਾਣੀ ਸ਼ਰਾਬ ਦੀਆਂ ਨੀਤੀਆਂ ਦੇ ਵਿੱਚ ਖਾਮੀਆਂ ਵਾ ਉਹਨੂੰ ਦੂਰ ਕੀਤੀਆਂ ਜਾਣਗੀਆਂ। ਔਰ ਉਸ ਪਾਲਿਸੀ ਨੂੰ ਲਾਗੂ ਕਰਨ ਦੇ ਵਿੱਚ ਜਿਹੜੀ ਇਹਨਾਂ ਨੇ ਬਣਾਈ ਆ ਉਹਦੇ ਵਿੱਚ ਇਹ ਮਸਲਾ ਸਾਰਾ ਖੜਾ ਹੋਇਆ ਸੀਗਾ ਕਿ ਗਵਰਨਰ ਸਾਹਿਬ ਨੂੰ ਕੌਨਫੀਡੈਂਸ ਦੇ ਵਿੱਚ ਨਹੀਂ ਲਿਆ ਗਿਆ, ਜਾਂ ਜਿਸ ਤਰੀਕੇ ਨਾਲ ਪਾਲਿਸੀ ਬਣੀ ਸੀ ਜਦੋਂ ਇਹਨਾਂ ਨੇ ਪ੍ਰਾਈਵੇਟ ਪਲੇਅਰ ਲਿਆਂਦੇ ਸੀ ਉਹਨਾਂ ਬਾਰੇ ਬਹੁਤ ਸਾਰੀਆਂ ਗੱਲਾਂ ਉੱਠੀਆਂ ਸੀ। ਔਰ ਉਹ ਗੱਲਾਂ ਉੱਠਣ ਦੇ ਨਾਲ ਨੈਚੁਰਲੀ ਫਿਰ ਐਲੀਗੇਸ਼ਨ ਵੀ ਲੱਗਣੇ ਸ਼ੁਰੂ ਹੋ ਗਏ ਸੀ ਵੀ ਕਿਸ ਤਰੀਕੇ ਨਾਲ ਵੱਡੇ ਵੱਡੇ ਪਲੇਅਰ ਜਿਹੜੇ ਆ ਉਹਨਾਂ ਨੂੰ ਉੱਥੇ ਲਿਆਂਦਾ ਗਿਆ, ਸ਼ਰਾਬ ਦੇ ਠੇਕਿਆਂ ਦੀ ਜਿਹੜੀ ਹੈਗੀ ਉਹਨਾਂ ਨੂੰ ਡਿਸਟ੍ਰੀਬਿਊਸ਼ਨ ਕੀਤੀ ਗਈ ਜਾਂ ਉਹਨਾਂ ਨੂੰ ਕਿਸ ਤਰੀਕੇ ਦੀ ਖੋਲ੍ਹ ਦਿੱਤੀ ਗਈ। ਇਹ ਜਦੋਂ ਸਵਾਲ ਉੱਠਿਆ ਤੇ ਗਵਰਨਰ ਸਾਹਿਬ ਨੇ, ਜਿਹੜਾ ਲੈਫਟੀਨੈਂਟ ਗਵਰਨਰ ਸਾਹਿਬ ਸੀਗਾ, ਉਹਨਾਂ ਨੇ ਫਿਰ ਇਹਨਾਂ ਨੂੰ ਉਹਨੂੰ ਨਜ਼ਰਸਾਨੀ ਕਰਨ ਵਾਸਤੇ ਕਿਹਾ। ਪਹਿਲਾਂ ਤੇ ਇਹ ਦੇਖਦੇ ਰਹੇ, ਆਪਣੇ ਤਰੀਕੇ ਨਾਲ ਤਰਕ ਦਿੰਦੇ ਰਹੇ, ਪਰ ਜਦੋਂ ਇਹਨਾਂ ਨੇ ਸਲਾਹ ਦਿੱਤੀ ਗਈ ਇਹਨਾਂ ਨੂੰ ਵੀ ਨਹੀਂ ਤੁਹਾਨੂੰ ਜਿਹੜਾ ਕੋਈ ਵੀ ਜਿਹੜੀ ਪਾਲਿਸੀ ਬਣਾਉਣੀ ਆ ਲੈਫਟੀਨੈਂਟ ਗਵਰਨਰ ਸਾਹਿਬ ਨੂੰ ਜਿਹੜਾ ਹੈਗਾ ਸਲਾਹ ਤੋਂ ਲੈ ਬਿਨਾਂ ਨਹੀਂ ਬਣਾ ਸਕਦੇ, ਤਾਂ ਅਲਟੀਮੇਟਲੀ ਇਹਨਾਂ ਨੂੰ ਪਿਛਾਂਹ ਹਟਣਾ ਪਿਆ, ਪੈਰ ਪਿਛਾਂਹ ਖਿੱਚਣੇ ਪਏ। ਔਰ ਜਿਸ ਤਰੀਕੇ ਦੇ ਨਾਲ ਲੈਫਟੀਨੈਂਟ ਗਵਰਨਰ ਸਾਹਿਬ ਨੇ ਉਹਨਾਂ ਨੂੰ ਪਾਲਿਸੀ ਦੀ ਅਪਰੂਵਲ ਦਿੱਤੀ। ਲੈਫਟੀਨੈਂਟ ਦਾ ਗਵਰਨਰ ਦਾ ਮਤਲਬ ਹੈਗਾ ਕਿ ਉੱਥੇ ਸਿੱਧੇ ਜਿਹੜੇ ਹੈਗੇ ਹੋਮ ਮਿਨਿਸਟਰੀ ਹੈਗੀ ਹੈ। ਹੋਮ ਮਿਨਿਸਟਰੀ ਦਾ ਮਤਲਬ ਹੈਗਾ ਕਿ ਕੇਂਦਰੀ ਸਰਕਾਰ ਆ। ਕੇਂਦਰੀ ਸਰਕਾਰ ਦਾ ਮਤਲਬ ਹੈਗਾ ਕਿ ਉੱਥੇ ਬੀਜੇਪੀ ਆ। ਤਾਂ ਜਿਸ ਕਿਸਮ ਦੀਆਂ ਪੋਲੀਟੀਕਲ ਕੰਟਰਾਡਿਕਸ਼ਨ ਸੀਗੀਆਂ ਜਾਂ ਜਿਸ ਕਿਸਮ ਦੀ ਰਾਜਨੀਤੀ ਸੀ ਉਹਦੇ ਵਿੱਚੋਂ ਜਿਹੜਾ ਸੀਗਾ ਇਹਨਾਂ ਦੇ ਉੱਤੇ ਐਲੀਗੇਸ਼ਨ ਲੈ ਗਏ ਵੀ ਜਿਹੜੀ ਪਾਲਿਸੀ ਬਣਾਈ ਗਈ ਆ, ਪਾਲਿਸੀ ਦੇ ਵਿੱਚ ਕੁਝ ਇਸ ਤਰੀਕੇ ਦਾ ਫਾਇਦਾ ਲਿਆ ਗਿਆ ਵਾ ਜਾਂ ਫਾਇਦਾ ਦਿੱਤਾ ਗਿਆ ਵਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੈਸੇ ਦਾ ਵੀ ਲੈਣ ਦੇਣ ਹੋਇਆ ਵਾ, ਜਿਹਦੇ ਵਿੱਚੋਂ ਕਿਹਾ ਕਿ ਅਨਡਿਊ ਜਿਹੜਾ ਹੈਗਾ ਜਿਹੜਾ ਐਡਵਾਂਟੇਜ ਵੀ ਦਿੱਤਾ ਗਿਆ ਵਾ। ਤੇ ਉਸੇ ਬੇਸਿਸ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਕਿਉਂਕਿ ਮਨੀਸ਼ ਸਿਸੋਦੀਆ ਸਾਹਿਬ ਜਿਹੜੇ ਸੀਗੇ ਉਹ ਇੱਕ ਕਿਸਮ ਦੇ ਡੀ ਫੈਕਟੋ, ਉਹ ਹੈ ਤਾਂ ਡਿਪਟੀ ਚੀਫ ਮਿਨਿਸਟਰ ਸੀਗੇ ਪਰ ਮੋਟੇ ਤੌਰ ਤੇ ਡੀ ਫੈਕਟੋ ਹੁੰਦਾ ਕਿ ਜਿਹੜਾ ਅਸਲੀ ਟਰਮ ਦੇ ਵਿੱਚ ਚੀਫ ਮਿਨਿਸਟਰ ਸਾਹਿਬ ਉਹ ਸੀਗੇ। ਸ਼ਾਇਦ ਇਹ ਮਹਿਕਮਾ ਵੀ ਉਹਨਾਂ ਦੇ ਕੋਲ ਸੀ। ਕੇਜਰੀਵਾਲ ਸਾਹਿਬ ਨੇ ਮਹਿਕਮਾ ਤਾਂ ਲਿਆ ਕੋਈ, ਕੇਜਰੀਵਾਲ ਸਾਹਿਬ ਤਾਂ ਜ਼ਿੰਮੇਵਾਰੀ ਲੈਂਦੇ ਕੋਈ ਨਹੀਂ ਹੈ। ਤਾਂ ਇਸ ਕਰਕੇ ਭਾਵੇਂ ਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ, ਜਿਹੜੀ ਗੱਲ ਤੁਸੀਂ ਸ਼ਾਇਦ ਮੇਰੇ ਤੋਂ ਬਾਅਦ ਚ ਪੁੱਛੋਗੇ, ਇਹ ਹੈਡ ਆਫ ਦੀ ਗਵਰਨਮੈਂਟ ਆ। ਜੇ ਇਹਨਾਂ ਦੀ ਗੱਲ ਕਿਸੇ ਇਹਨਾਂ ਦੇ ਮੰਤਰੀ ਤੇ ਜਾਂਦੀ ਆ ਤੇ ਅਪਰੂਵਲ ਲਈ ਜਿਹੜੇ ਸੀਗੇ ਉਹ ਇਹ ਜ਼ਿੰਮੇਵਾਰ ਹੁੰਦੇ ਆ, ਅਲਟੀਮੇਟਲੀ ਜ਼ਿੰਮੇਵਾਰੀ ਇਹਨਾਂ ਤੇ ਪੈਣੀ ਆ। ਉਹ ਜਿਹੜਾ ਇਸ਼ੂ ਸੀਗਾ ਉਹ ਅਲਟੀਮੇਟਲੀ ਸੀਬੀਆਈ ਕੋ ਗਿਆ, ਈਡੀ ਕੋ ਗਿਆ ਤੇ ਉਹਦੇ ਵਿੱਚ ਜਿਹੜੇ ਸੀਗੇ ਉਹਨਾਂ ਦੇ ਦੋ ਇੱਕ ਮੰਤਰੀ ਪਹਿਲਾਂ ਹੋਰ ਸੀਗਾ, ਪਰ ਇੱਕ ਸਿਸੋਦੀਆ ਸਾਹਿਬ ਜਿਹੜੇ ਪਿਛਲੇ 6 ਮਹੀਨੇ ਦੇ ਵਿੱਚੋਂ ਜਿਹੜੇ ਉਹ ਜੇਲ੍ਹ ਦੇ ਵਿੱਚ ਆ। ਉਹਦੇ ਨਾਲ ਨਾਲ ਜਿਹੜੇ ਉਸ ਸਾਰੀ ਪਾਲਿਸੀ ਦੇ ਵਿੱਚ ਕੋਈ ਲੋਕ ਇਨਵੋਲਵਡ ਸੀਗਾ ਉਹਨਾਂ ਨੂੰ ਕੁਝ ਨੂੰ ਅਪਰੂਵਲ ਵੀ ਬਣਾਇਆ ਗਿਆ। ਅਸੀਂ ਇਹ ਜਾਣਦੇ ਹਾਂ ਕਿ ਬੀਜੇਪੀ ਦੀ ਜਿਹੜੀ ਹੈਗੀ ਲੀਡਰਸ਼ਿਪ ਆ ਕੋਈ ਬਹੁਤ ਦੁੱਧ ਧੋਤੀ ਨਹੀਂ ਹੈਗੀ। ਸਾਰੇ ਦੇਸ਼ ਰੌਲਾ ਪਿਆ ਵਾ ਕਿ ਏਜੰਸੀਆਂ ਦਾ ਪੋਲੀਟੀਕਲ ਇਸਤੇਮਾਲ ਹੋ ਰਿਹਾ। ਇਸ ਤਰ੍ਹਾਂ ਹੁਣ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਇੰਡੀਪੈਂਡੈਂਟ ਜਿਹੜਾ ਮੀਡੀਆ ਸੀਗਾ, ਨਿਊਜ਼ ਕਲਿੱਕ ਸੀਗਾ, ਉਹਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਅਰੈਸਟ ਕੀਤਾ ਗਿਆ। ਚੀਨ ਦਾ ਫੈਕਟਰ ਵਿੱਚ ਲੈ ਕੇ ਲਿਆਂਦਾ ਕਿ ਜਦੋਂ ਕਿ ਅਡਾਨੀ ਸਾਹਿਬ ਦਾ ਚੀਨ ਦੀਆਂ ਕੰਪਨੀਆਂ ਦੇ ਨਾਲ ਹੀ ਜਿਹੜਾ ਸੀਗਾ ਲੈਣ ਦੇਣ ਸੀ, ਕਿੰਨਾ ਪੈਸਾ ਆਉਂਦਾ ਸੀਗਾ, ਟਾਰਗੇਟ ਕਰਦੇ ਆ ਕਿਉਂਕਿ ਪੋਲੀਟੀਕਲ ਵਿਲਰੀ ਨੂੰ ਅਲਟੀਮੇਟਲੀ ਜਿਹੜਾ ਹੈਗਾ ਵਾ ਇਸ ਮਾਮਲੇ 'ਚ ਲਿਆ ਕੇ ਤੁਸੀਂ ਦੇਖਿਆ ਕਿ ਉਹਦਾ ਕਲਮੀਨੇਸ਼ਨ ਇਹ ਨਿਕਲਿਆ ਕਿ ਹੁਣ ਇਸ ਵੇਲੇ ਅੱਜ ਸੰਜੇ ਸਿੰਘ ਨੂੰ ਜਿਹੜਾ ਗ੍ਰਿਫਤਾਰੀ ਹੋਈ ਹੈ। ਇਹ ਗੱਲ ਕਹਿਣੀ ਪਊਗੀ ਕਿ ਸੰਜੇ ਸਿੰਘ ਪਿਛਲੇ ਸਮੇਂ ਦੇ ਵਿੱਚ ਜਿਹੜਾ ਇੱਕ ਇੰਡੀਆ ਬਣਿਆ ਵਾ ਆਮ ਆਦਮੀ ਪਾਰਟੀ ਵਾਲੇ ਪਾਸੇ ਵੱਲੋਂ ਉਹਦੇ ਨੁਮਾਇੰਦੇ ਦੇ ਤੌਰ ਤੇ, ਕਿਉਂਕਿ ਜਿਸ ਕਿਸਮ ਦੀ ਉਹਦਾ ਦਬੰਗਪੁਣਾ ਕਹਿ ਲਈਏ ਜਾਂ ਜਿਸ ਕਿਸਮ ਦਾ ਉਹਦੀ ਬੈਕਗ੍ਰਾਉਂਡ ਹੈਗੀ ਆ ਜਾਂ ਜਿਸ ਕਿਸਮ ਦਾ ਉਹਦਾ ਕੱਦ ਕਾਠ ਹੈਗਾ ਵਾ, ਇਸ ਜਿਹੜੀ ਆਪਣੀ ਸੈਸ਼ਨ ਦੇ ਵਿੱਚ ਜਿਹੜਾ 5 ਦਿਨ ਦਾ ਸੈਸ਼ਨ ਸੀਗਾ, ਜਿੰਨੀ ਦਬੰਗਈ ਦੇ ਨਾਲ ਔਰ ਜਿੰਨਾ ਉਹਨੇ ਆਪਣੇ ਪੂਰੇ ਜ਼ੋਰ ਸ਼ੋਰ ਦੇ ਨਾਲ ਇਸ ਸਰਕਾਰ ਨੂੰ ਮੁੱਦਿਆਂ ਦੇ ਉੱਤੇ ਪਿੱਛੇ ਲਿਜਾਣ ਦੀ ਮਤਲਬ ਪਿਛਾਂਹ ਧੱਕਣ ਦੀ ਕੋਸ਼ਿਸ਼ ਕੀਤੀ ਆ। ਤੇ ਅਲਟੀਮੇਟਲੀ ਕਿਉਂਕਿ ਚਾਰਜ ਸ਼ੀਟ ਵਾ, ਸਪਲੀਮੈਂਟਰੀ ਚਾਰਜ ਸ਼ੀਟ ਆ, ਅਪਰੂਵਰ ਬਣ ਗਏ ਜਿਹੜੇ ਬੰਦੇ ਜਿਨ੍ਹਾਂ ਨੇ ਉਸ ਪਾਲਿਸੀ ਦੇ ਵਿੱਚ ਇਨਵੋਲਵਡ ਸੀਗੇ, ਉਹ ਸਰਕਾਰੀ ਗਵਾਹ ਬਣ ਗਏ। ਹੁਣ ਜਿਉਂ ਉਹ ਸਰਕਾਰੀ ਗਵਾਹ ਹੈਗੇ ਉਹ ਨਾਂ ਲਈ ਆਉਣਗੇ ਇਨਵੈਸਟੀਗੇਸ਼ਨ ਦੇ ਤੌਰ ਦੇ ਉੱਤੇ, ਜਿਹਦਾ ਵੀ ਉਹਨੂੰ ਨਾਂ ਸਾਹਮਣੇ ਆਊਗਾ ਜਾਂ ਲਿਆਂਦਾ ਜਾਊਗਾ ਉਹਨੂੰ ਫੜ ਕੇ ਜਿਹੜਾ ਹੈਗਾ ਵਾ ਉਹਨੂੰ ਇਨਵੈਸਟੀਗੇਟ ਕੀਤਾ ਜਾਊਗਾ। ਉਹਦੀ ਪੁਲਿਸ ਜਿਹੜੀ ਹੋਊਗੀ ਇਨਵੈਸਟੀਗੇਸ਼ਨ ਹੋਊਗੀ, ਜੁਡੀਸ਼ੀਅਲ ਜਿਹੜੀ ਹੈਗੀ ਅਦਾਲਤ ਦੇ ਵਿੱਚ ਭੇਜਿਆ ਜਾਊਗਾ ਤੇ ਚਾਰਜ ਸ਼ੀਟ ਗਾਂਹ ਦੀ ਗਾਂਹ ਵਧਾਈ ਜਾਊਗੀ ਤਾਂ ਕਿ ਉਹ ਲੰਮੇ ਸਮੇਂ ਤੱਕ ਨਾ ਤਾਂ ਬੇਲ ਲੈ ਸਕਣ ਔਰ ਜੇਲ੍ਹ ਦੇ ਵਿੱਚ ਬੈਠੇ ਰਹਿਣ। ਮੈਨੂੰ ਲੱਗਦਾ ਕਿ ਇਹ ਠੀਕ ਆ, ਕਰਪਸ਼ਨ ਹੈਗੀ ਆ। ਆਪਾਂ ਵੀ ਦੇਖਿਆ ਕਿ ਪੰਜਾਬ ਦੇ ਵਿੱਚ ਇੱਕ ਰੂਲਿੰਗ ਪਾਰਟੀ ਜਾਂ ਸਾਰੀਆਂ ਰੂਲਿੰਗ ਪਾਰਟੀਆਂ ਸ਼ਰਾਬ ਦੇ ਮਸਲੇ ਦੇ ਉੱਤੇ, ਖੱਡਾਂ ਦੇ ਮਸਲੇ ਦੇ ਉੱਤੇ ਜਾਂ ਹੋਰ ਕਈ ਕਿਸਮ ਦੀ ਜਿਹੜੀ ਹੈਗੀ ਆ ਹੇਰਾਫੇਰੀ ਦੇ ਉੱਤੇ ਜਿਹੜਾ ਇਨਵੋਲਵ ਹੁੰਦੀਆਂ ਔਰ ਬਦਨਾਮ ਵੀ ਹੁੰਦੀਆਂ। ਇਸ ਕਰਕੇ ਇਹ ਜਿਹੜਾ ਮੁੱਦਾ ਮੈਨੂੰ ਇਹ ਲੱਗਦਾ ਕਿ ਜਿਹੜਾ ਇਸ ਵੇਲੇ ਭਖਿਆ ਪਿਆ ਉਹਦੇ ਨਾਲ ਸਭ ਤੋਂ ਵੱਡਾ ਇਹਨੂੰ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਜਿਹੜਾ ਹੈ ਕਿ ਆਮ ਆਦਮੀ ਪਾਰਟੀ ਦੀ ਹੋਂਦ ਲਈ ਇੱਕ ਬਹੁਤ ਵੱਡਾ ਚੈਲੰਜ ਆ। ਇਹਨੂੰ ਕਿੱਦਾਂ ਨਿਪਟੇਗਾ ਇਹ ਜਾਣਦੇ ਹੋਣਗੇ ਜਾਂ ਦਾ ਲੀਡਰ ਜਿਹੜਾ
ਇਹਨਾਂ ਨੂੰ ਡਾਕਟਰ ਕੋਈ ਸਾਹਿਬ, ਰਸਤਾ। ਜਿਹੜੇ ਇਹ ਗੰਭੀਰ ਇਲਜ਼ਾਮ ਲੱਗੇ ਆ, ਦੇਖੋ 32 ਕਰੋੜ 82 ਲੱਖ 100 ਕਰੋੜ ਤੱਕ ਦੀਆਂ ਜਿਹੜੀਆਂ ਗੱਲਾਂ ਇਹਦੇ ਵਿੱਚ ਆਈਆਂ, ਇਹ ਪਾਲਿਸੀ ਦਿੱਲੀ ਦੇ ਵਿੱਚ ਤਾਂ ਜਿਹੜਾ ਰੌਲਾ ਪਿਆ ਹੀ ਪਿਆ। ਹੁਣ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਇਹ ਅੱਗੇ ਕੇਜਰੀਵਾਲ ਵਾਲੇ ਪਾਸੇ ਨੂੰ ਵੀ ਵਧੂਗੀ, ਔਰ ਕੇਜਰੀਵਾਲ ਦੀ ਤਾਂ ਗੱਲ ਠੀਕ ਹੈ, ਔਰ ਦੂਜੇ ਪਾਸੇ ਇਹੀ ਪਾਲਿਸੀ ਸੇਮ ਪਾਲਿਸੀ ਪੰਜਾਬ ਦੇ ਵਿੱਚ ਵੀ ਲਾਗੂ ਹੋਈ ਹੈ, ਔਰ ਬਣੀ ਵੀ ਦਿੱਲੀ ਹੈ, ਬਣਾਉਣ ਵਾਲੇ ਵੀ ਉਹੀ ਨੇ ਜਿਹੜੇ ਘੁਟਾਲੇ ਦੇ ਵਿੱਚ ਫਸੇ ਹੋਏ ਹੈ, ਔਰ ਲਾਗੂ ਕਰਵਾਉਣ ਵਾਲੇ ਵੀ ਪੰਜਾਬ ਦੇ ਵਿੱਚ ਉਹੀ ਨੇ। ਤੇ ਪਿਛਲੇ ਦਿਨੀ ਕਹਿੰਦੇ ਕਿ ਅਫਸਰਾਂ ਨੂੰ ਸੱਦਿਆ ਵੀ ਗਿਆ ਦਿੱਲੀ ਪੁੱਛਗਿੱਛ ਦੇ ਲਈ। ਤਾਂ ਕੀ ਲੱਗਦਾ ਡਾਕਟਰ ਸਾਹਿਬ, ਉੱਥੇ ਜੇ ਪਾਲਿਸੀ ਸਹੀ ਸੀ ਦਿੱਲੀ ਦੇ ਵਿੱਚ, ਤਾਂ ਫਿਰ ਇਹਨਾਂ ਨੇ ਵਾਪਸ ਕਿਉਂ ਲਈ? ਤੇ ਉਹੀ ਪਾਲਿਸੀ ਹੁਣ ਪੰਜਾਬ ਦੇ ਵਿੱਚ ਲਾਗੂ ਹੈ। ਜੇ ਉੱਥੇ ਗਲਤ ਹੈ ਤੇ ਇੱਥੇ ਸਹੀ ਕਿਵੇਂ ਹੈ? ਔਰ ਕੀ ਲੱਗਦਾ ਹੈ ਕਿ ਕੇਜਰੀਵਾਲ ਤੇ ਕੇਜਰੀਵਾਲ ਤੋਂ ਬਾਅਦ ਹੁਣ ਪੰਜਾਬ ਦੇ ਕੁਝ ਅਫਸਰਾਂ ਤੇ ਮੰਤਰੀਆਂ ਨੂੰ ਵੀ ਹੱਥ ਪੈ ਜਾਏਗਾ? ਨਹੀਂ, ਵੇਖੋ ਹਾਈਪੋਥੈਟਿਕਲੀ ਚੀਜ਼ਾਂ ਨਹੀਂ ਕਹੀਆਂ ਜਾ ਸਕਦੀਆਂ, ਪਰ ਮੈਂ ਅੱਜ ਬੀਜੇਪੀ ਦਾ ਇੱਕ ਸਪੋਕਸਪਰਸਨ ਹੈਗਾ ਮਿਸਟਰ ਗੌਰਵ ਭਾਟੀਆ, ਤੇ ਉਹਦਾ ਟੀਵੀ ਦੇ ਉੱਤੇ ਇੱਕ ਫਲੈਸ਼ ਹੋ ਰਿਹਾ ਸੀਗਾ ਕਿ ਕੜੀ ਜੁੜ ਰਹੀ ਆ, ਅਗਲੀ ਜਿਹੜੀ ਹੱਥ ਕੜੀ ਆ ਉਹ ਕੇਜਰੀਵਾਲ ਦੀ ਆ। ਮਤਲਬ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮੈਨੂੰ ਲੱਗਦਾ ਕਿ ਬਹੁਤ ਹੀ ਜ਼ਿਆਦਾ ਜਿਹੜਾ ਆਬਜੈਕਸ਼ਨੇਬਲ ਚੀਜ਼ ਹੈਗੀ ਆ ਕਿ ਉਹ ਕਿਸ ਬੇਸ ਤੇ ਗੱਲ ਕਹਿ ਰਿਹਾ। ਇਹ ਗੱਲ ਤਾਂ ਬਹੁਤ ਕਲੀਅਰ ਸੀਗੀ, ਸ਼ਾਇਦ ਆਪਾਂ 2-3-4 ਮਹੀਨੇ ਪਹਿਲਾਂ ਵੀ ਇੱਕ ਵਾਰੀ ਕੀਤੀ ਸੀ ਵੀ ਅਲਟੀਮੇਟਲੀ ਕੇਜਰੀਵਾਲ ਤੱਕ ਉਹਨਾਂ ਨੇ ਇਲੈਕਸ਼ਨ ਤੱਕ ਪਹੁੰਚਣਾ, ਕਿਉਂਕਿ ਕੜੀਆਂ ਜੋੜ ਦੇ ਵਿੱਚ ਤੁਸੀਂ ਜਿਹੜਾ ਹੈਗਾ ਇਹ ਤਾਂ ਤੁਸੀਂ ਪ੍ਰੂਵ ਕਰਨਾ ਨਾ। ਵੇਖੋ ਐਲੀਗੇਸ਼ਨ ਲੱਗੇ ਤੁਹਾਡੇ ਤੇ, ਤੁਸੀਂ 32 ਲੱਖ ਲਿਆ, ਤੁਸੀਂ 25 ਕਰੋੜ ਰੁਪਇਆ ਲਿਆ, 30 ਕਰੋੜ ਰੁਪਇਆ ਲਿਆ, 20 ਕਰੋੜ ਰੁਪਇਆ, ਐਲੀਗੇਸ਼ਨ ਲੱਗੇ, ਤੁਸੀਂ ਕੋਰਟ ਦੇ ਵਿੱਚ ਜਾਓਗੇ, ਕੋਰਟ ਦੇ ਵਿੱਚ 4 ਸ਼ੀਟਾਂ ਡਿਲੇ ਹੁੰਦੀਆਂ ਵਾ, ਕੋਰਟ ਦੇ ਵਿੱਚ ਕੋਈ ਨਾ ਕੋਈ, ਮੈਂ ਨਹੀਂ ਕਹਿੰਦਾ ਵੀ ਇਹ ਬਿਲਕੁਲ ਦੁੱਧ ਧੋਤੇ ਆ, ਇਹ ਕੋਈ ਨਾ ਕੋਈ ਜਿਹੜਾ ਹੈਗਾ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਹੋਊਗਾ, ਕਿਉਂਕਿ ਜੇ ਏਡੀ ਵੱਡੀ ਏਜੰਸੀ ਜਿਹੜੀ ਹੈਗੀ ਉਹਨੂੰ ਕਰ ਰਹੀ ਆ, ਤੇ ਕੱਲ ਨੂੰ ਜੇ ਨਿਜ਼ਾਮ ਬਦਲਦੀ ਆ ਤਾਂ ਏਜੰਸੀ ਵਾਲਿਆਂ ਨੂੰ ਜਿਹੜਾ ਹੈਗਾ ਸੀ ਜਿਹੜੇ ਇਨਵੈਸਟੀਗੇਟ ਕਰਦੇ ਆ ਉਹਨਾਂ ਦੀ ਵੀ ਜਿਹੜੀ ਕ੍ਰੈਡੀਬਿਲਿਟੀ ਐਟ ਸਟੇਕ ਹੈਗੀ ਆ। ਤੋ ਇਸ ਕਰਕੇ ਇਹ ਤਾਂ ਪੱਕਾ ਆਲਮੋਸਟ ਜੇ ਬੀਜੇਪੀ ਦੇ ਉਹਦਾ ਆਪਣੇ ਪ੍ਰਵਕਤਾ ਦਾ ਬਿਆਨ ਆਇਆ ਤੇ ਲਾਈਕਲੀ ਆ ਕਿ ਹੋ ਸਕਦਾ 2 4 5 10 ਦਿਨ ਤੱਕ ਜਿਹੜਾ ਸੀਗਾ ਉਹ ਇਹਨੂੰ ਜਿਹੜਾ ਹੈਗਾ ਸੀ ਇਸ ਪਾਸੇ ਵੱਲ ਆ ਜਾਣ। ਜਿਹੜੀ ਗੱਲ ਤੁਸੀਂ ਪੰਜਾਬ ਦੀ ਕੀਤੀ ਆ, ਪੰਜਾਬ ਦੀ ਬਹੁਤ ਵੱਡੀ ਨਮੋਸ਼ੀ ਹੋਈ ਸੀ ਕਿ ਭਾਈ ਤੁਸੀਂ ਕਿਉਂ ਜਿਹੜਾ ਹੈਗਾ, ਦਿੱਲੀ ਵਾਲੇ ਸਾਡੇ ਤੋਂ ਜ਼ਿਆਦਾ ਸਿਆਣੇ ਥੋੜੇ ਆ। ਦੂਸਰੀ ਗੱਲ ਹੈਗੀ ਕਿ ਦਿੱਲੀ ਨੂੰ ਪੰਜਾਬ ਨਾਲ ਕੰਪੇਅਰ ਨਹੀਂ ਕੀਤਾ ਜਾਂਦਾ। ਪੰਜਾਬ ਇੱਕ ਜਿਹੜਾ ਹੈਗਾ ਫੁੱਲ ਫਲੈਸ਼ ਸਟੇਟ ਹੈਗੀ, ਦਿੱਲੀ ਯੂਨੀਅਨ ਟੈਰੀਟਰੀ ਆ, ਉੱਥੇ ਹਰ ਚੀਜ਼ ਕਰਨ ਤੋਂ ਪਹਿਲਾਂ ਤੁਹਾਨੂੰ ਲੈਫਟੀਨੈਂਟ ਗਵਰਨਰ ਨੂੰ ਪੁੱਛਣਾ ਪੈਂਦਾ। ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈਗੀ ਆ ਉਹ ਕੰਪੀਟੈਂਟ ਹੈਗੀ ਆ ਕੋਈ ਵੀ ਪਾਲਿਸੀ ਬਣਾਉਣ ਦੀ, ਬਸ਼ਰਤੇ ਕਿ ਉਹਦੇ ਵਿੱਚ ਜਿਹੜੀ ਹੈਗੀ ਰੋਂਗ ਡੂਇੰਗ ਨਾ ਹੋਈ ਹੋਵੇ, ਬਸ਼ਰਤੇ ਕਿ ਉਹ ਪਾਲਿਸੀ ਜਿਹੜੀ ਆ ਕਿਸੇ ਖਾਸ ਵਿਅਕਤੀ ਨੂੰ ਜਾਂ ਕਿਸੇ ਗਰੁੱਪ ਨੂੰ ਜਾਂ ਕਿਸੇ ਧਿਰ ਨੂੰ ਫਾਇਦਾ ਦੇਣ ਵਾਸਤੇ ਨਾ ਜਿਹੜੀ ਬਣਾਈ ਗਈ ਹੋਵੇ। ਇਸ ਕਰਕੇ ਉਹ ਵੱਖਰੀ ਗੱਲ ਆ। ਹਾਂ, ਇਹ ਗੱਲ ਜ਼ਰੂਰ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਇਹਨਾਂ ਦੀ ਬਹੁਤ ਕਿਰਕਰੀ ਹੋਈ ਸੀ ਜਦੋਂ ਇਹਨਾਂ ਦੇ ਮੰਤਰੀ ਜਾਂ ਜਿਹੜੇ ਹੋਰ ਬੰਦੇ ਜਿਹੜੇ ਸੀਗੇ ਉੱਥੇ ਚੌਕੇ ਜਿਹੜਾ ਲੈ ਕੇ ਜਾਂਦੇ ਸੀ, ਐਲੀਗੇਸ਼ਨ ਵੀ ਲੱਗੇ ਸੀਗੇ, ਉਹ ਪੋਲੀਟੀਕਲ ਐਲੀਗੇਸ਼ਨ ਜਿਹੜੇ ਲੱਗੇ ਸੀਗੇ ਜਾਂ ਅਦਰਵਾਈਜ਼ ਜਿਹੜੇ ਹੈਗੇ ਸੀਗੇ, ਉਹ ਪੰਜਾਬ ਵਾਸਤੇ ਹੀ ਵੈਸੇ ਬੜੀ ਨਮੋਸ਼ੀ ਵਾਲੀ ਗੱਲ ਸੀ। ਹੋ ਸਕਦਾ ਹੈ ਓਵਰ ਐਕਸਾਈਟਡ ਹੋ ਕੇ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਵੀ ਸ਼ਾਇਦ ਦਿੱਲੀ ਕੋਈ ਮਾਡਲ ਆ। ਪਹਿਲੀ ਗੱਲ ਤਾਂ ਇਹ ਹੈਗਾ ਸੁਖਵਿੰਦਰ ਜੀ ਕਿ ਇਹ ਦਿੱਲੀ ਕੋਈ ਮਾਡਲ ਨਹੀਂ ਹੈਗਾ। ਦਿੱਲੀ ਕਿਸ ਕਿਸਮ ਦਾ ਮਾਡਲ ਹੈਗਾ? ਕੀ ਉੱਥੇ ਵਿਦਿਆ ਜਿਹੜੀ ਹੈਗੀ ਦਿੱਲੀ ਦੇ ਸਕੂਲਾਂ ਦੀ ਬਹੁਤ ਵਧੀਆ ਹੈ? ਕੀ ਹਸਪਤਾਲ? ਇਹ ਤਾਂ ਪ੍ਰਾਪੇ ਗੰਡਾ ਜਿਹਦਾ ਮੋਦੀ ਸਾਹਿਬ ਕਹਿੰਦੇ ਨਾ ਗੁਜਰਾਤ ਮਾਡਲ, ਤੁਸੀਂ ਵੀ ਸ਼ਾਇਦ ਗੁਜਰਾਤ ਚ ਗਏ ਹੋ, ਜਾ ਕੇ ਵੇਖੋ ਮਾਡਲ ਨਾਂ ਦੀ ਕੀ ਚੀਜ਼ ਹੈ, ਡਿਸਪੈਰਿਟੀ ਆ। ਪੈਸੇ ਜਿਹਦੇ ਕੋਲ ਹੈਗੇ ਬਹੁਤ ਜ਼ਿਆਦੇ ਆ, ਆਮ ਬੰਦਾ ਆਵਾਜ਼ ਨਹੀਂ ਉਠਾ ਸਕਦਾ ਹੈ, ਕੋਈ ਪੱਕੀ ਨੌਕਰੀ ਨਹੀਂ ਹੈ, ਬਹੁਤ ਨਗੂਣੀਆਂ ਤਨਖਾਹਾਂ ਤੇ ਸਰਕਾਰੀ ਨੌਕਰੀਆਂ ਹੈ, ਪ੍ਰੋਪਰ ਗ੍ਰੇਡ ਟਾਈਮ ਨਹੀਂ ਮਿਲਦੇ, ਤੁਸੀਂ ਵੌਇਸ ਨਹੀਂ ਉਠਾ ਸਕਦੇ। ਉਹ ਸਾਰਾ ਮਾਡਲ ਗੁਜਰਾਤ ਮਾਡਲ ਤਾਂ ਹੁਣ ਸਾਰੇ ਦੇਸ਼ ਤੇ ਲਾਗੂ ਹੋਣ ਹੀ ਡਿਆ ਵਾ। ਤੇ ਇਸੇ ਤਰੀਕੇ ਨਾਲ ਦਿੱਲੀ ਸਿਰਫ ਇਹਨਾਂ ਦੇ ਪ੍ਰਾਪੇਗੰਡੇ ਦਾ ਮਾਡਲ ਸੀਗਾ, ਔਰ ਉਸ ਪ੍ਰਾਪੇਗੰਡੇ ਨੂੰ ਹੀ ਜਿਹੜਾ ਅੱਗੇ ਵਧਾਉਣ ਵਾਸਤੇ ਇਹ ਲਾਲਾ ਜਿਹੜੀ ਸੀਗੀ ਇਹਦੇ ਵਿੱਚੋਂ ਹੋਈ ਸੀ। ਹਾਂ, ਇਹ ਗੱਲ ਠੀਕ ਹੈਗੀ ਆ, ਕੋਸ਼ਿਸ਼ ਹੋਊਗੀ ਕਿ ਉਹ ਜੇ ਕੋਈ ਕੜੀ ਜੁੜਦੀ ਆ, ਜੇ ਉਹੀ ਜਿਹੜੇ ਲੋਕ ਜਿਹੜੇ ਉੱਥੇ ਜਿਹੜਾ ਵਪਾਰ ਦੇ ਵਿੱਚ ਸ਼ਾਮਲ ਸੀਗੇ, ਜੇ ਉਹਨਾਂ ਚੋਂ ਕੋਈ ਇੱਥੇ ਹੋਇਆ, ਕਿਉਂਕਿ ਇਹਦੀ ਸੂਤਰ ਜੁੜਦੇ ਹੁੰਦੇ ਆਮ ਤੌਰ ਤੇ ਪਾਰਟੀ ਦੇ ਜਿਹੜੇ ਲੀਡਰ ਹੁੰਦੇ ਆ ਜਾਂ ਸਰਕਾਰਾਂ ਜਿਹੜੇ ਰਾਜਨੀਤਿਕ ਲੀਡਰ ਹੁੰਦੇ, ਇਹ ਬਹੁਤ ਸਾਰੇ ਬੰਦਿਆਂ ਦੇ ਕੋਲ ਇਹਨਾਂ ਦੇ ਕੰਟੈਕਟ ਨਹੀਂ ਹੁੰਦੇ। ਇੱਕੋ ਹੀ ਵਿਅਕਤੀ ਹੁੰਦਾ ਵਾ ਜਿਹੜਾ ਸਾਰਾ ਜੋੜ ਤੋੜ ਕਰਦਾ, ਇੱਕੋ ਹੀ ਵਿਅਕਤੀ ਹੁੰਦਾ ਵਾ ਜਿਹੜਾ ਇਹ ਲੈਣ ਦੇਣ ਵਾਲਾ ਪਾਸਾ ਕਰਦਾ ਵਾ, ਇੱਕ ਹੀ ਵਿਅਕਤੀ ਹੁੰਦਾ ਵਾ ਕਿ ਜਿਹੜਾ ਇਹ ਮਸਲੇ ਨੂੰ ਜਿਹੜਾ ਹੈਗਾ ਉਹ ਸੰਭਾਲਦਾ। ਇਸ ਕਰਕੇ ਜੇ ਤਾਂ ਕੋਈ ਜੇ ਜੁੜਦੀ ਆ ਕੜੀ ਪਾਲਿਸੀ ਬਣਾਉਣ ਦੇ ਉੱਤੇ ਇਹਨਾਂ ਦੀ ਕੋਈ ਸਮੱਸਿਆ ਨਹੀਂ ਹੈਗੀ, ਪਰ ਜੇ ਦਿੱਲੀ 'ਚ ਬਣੀ ਪਾਲਿਸੀ ਦੇ ਨਾਲ ਜਿਹੜੇ ਲੋਕ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਜਾਂ ਜਿਹੜੇ ਲੋਕ ਜਿਹੜੇ ਉੱਥੇ ਅਪਰੂਵਰ ਬਣੇ ਆ, ਜੇ ਉਹਨਾਂ ਦੀ ਛਾਇਆ ਕਿਤੇ ਪੰਜਾਬ ਦੇ ਵਿੱਚ ਜਿਹੜੀ ਐਕਸਾਈਜ਼ ਪਾਲਿਸੀ ਜਿਹੜੀ ਬਣੀ ਆ ਉਹਦੇ ਉੱਤੇ ਪਈ ਤਾਂ ਨੈਚੁਰਲੀ ਫਿਰ ਸਵਾਲ ਜਵਾਬ ਤੇ ਇਹਨਾਂ ਤੋਂ ਵੀ ਹੋਊਗਾ। ਕਹਿੰਦੇ ਛਾਇਆ ਕੀ ਉਹਨਾਂ ਦੇ ਹੱਥੀਂ ਬਣੀ ਪਾਲਿਸੀ ਹੈ? ਡਾਕਟਰ ਸਾਹਿਬ ਕਹਿੰਦੇ ਉਹਨਾਂ ਦੇ ਹੱਥੀਂ ਬਣੀ ਪਾਲਿਸੀ ਹੈ।
ਨਹੀਂ ਉਹ ਤਾਂ ਫਿਰ ਜੇ ਹੱਥੀ ਬਣੀ ਉਹ ਤਾਂ ਵੇਖੋ ਜਿਹੜੀ ਚੀਜ਼ ਦੇ ਹਾਈਪੋਥੈਟੀਕਲ ਆ, ਨਾ ਮੈਂ ਫਾਈਲ ਦੇਖੀ ਨਾ ਤੁਸੀਂ ਫਾਈਲ ਦੇਖੀ। ਇਹ ਜ਼ਰੂਰ ਹੈਗਾ ਕਿ ਹੌਲੀ ਹੌਲੀ ਇਸ ਪਾਸੇ ਨੂੰ ਚੱਲਣ ਦੀ ਕੋਸ਼ਿਸ਼ ਕਰਨਗੇ। ਔਰ ਸਿਰਫ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਹੋ ਰਿਹਾ, ਸਭ ਤੋਂ ਵੱਡਾ ਤੇ ਆ ਬੀਜੇਪੀ ਨੇ ਜਿਹੜਾ ਫਰੰਟ ਖੋਲਿਆ, ਜਿੰਨੀਆਂ ਆਪੋਜੀਸ਼ਨ ਪਾਰਟੀਆਂ, ਕਾਂਗਰਸ ਸਭ ਤੋਂ ਵੱਧ ਟਾਰਗੇਟ ਦੇ ਉੱਤੇ ਆ, ਸੋਨੀਆ ਗਾਂਧੀ ਨੂੰ ਟਾਰਗੇਟ ਤੇ ਲਿਆਂਦਾ, ਉਹਨਾਂ ਲੀਡਰ ਨੂੰ ਟਾਰਗੇਟ ਤੇ ਲਿਆਂਦਾ, ਰਾਹੁਲ ਗਾਂਧੀ ਤੋਂ ਵੀ ਪੁੱਛਗਿੱਛ ਵਾਰ-ਵਾਰ ਕੀਤੀ ਜਿਹੜੇ ਜਾਂਦੀ ਰਹੀ। ਬੀਜੇਪੀ ਚਲੇ ਗਏ, ਕੀ ਪੰਜਾਬ ਦੇ ਲੀਡਰ ਜਿਹੜੇ ਬੀਜੇਪੀ ਚ ਗਏ ਆ ਉਹ ਬਹੁਤ ਦੁੱਧ ਧੋਤੇ ਆ। ਹੁਣ ਇੱਕ ਗੱਲ ਹੋਰ ਡਾਕਟਰ ਸਾਹਿਬ, ਇੱਕ ਨਾ ਗੱਲ ਹੋਰ ਸਵਾਲ ਉੱਠ ਰਿਹਾ ਬੜਾ ਅਹਿਮ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ, ਕਿ ਜਦੋਂ ਦਿੱਲੀ ਦੇ ਵਿੱਚ ਕਿਸੇ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਭਾਈ ਇਹ ਪੋਲੀਟੀਕਲ ਵੈਂਡੈਟਾ ਹੋ ਰਿਹਾ ਹੈ। ਜਦੋਂ ਪੰਜਾਬ ਦੇ ਵਿੱਚ ਹੁੰਦੀ ਹੈ, ਜਿਵੇਂ ਸੁਖਪਾਲ ਸਿੰਘ ਖਹਿਰਾ ਦੀ ਤੁਸੀਂ ਤਾਜ਼ੀ ਉਦਾਹਰਨ ਆਪਾਂ ਲੈ ਲਈਏ, ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਹੋਈ, 2 ਦਿਨ ਮੈਂ ਕੋਰਟ ਦੇ ਅੰਦਰ ਮੌਜੂਦ ਰਿਹਾ ਜਦੋਂ ਸੁਣਵਾਈ ਹੋਈ, ਤਾਂ ਨਾ ਤਾਂ ਰਿਮਾਂਡ ਲੈਣ ਤੋਂ ਪਹਿਲਾਂ ਕੋਈ ਸਬੂਤ ਸੀ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਉਹਨਾਂ ਨੂੰ ਕੋਈ ਨਵਾਂ ਮਿਲਿਆ, ਨਾ ਰਿਮਾਂਡ ਖਤਮ ਹੋਣ ਤੋਂ ਬਾਅਦ ਕੋਈ ਨਵਾਂ ਜਿਹੜਾ ਸਬੂਤ ਮਿਲਿਆ। ਇੱਥੇ ਜਦੋਂ ਗ੍ਰਿਫਤਾਰੀ ਹੁੰਦੀ ਹੈ ਤਾਂ ਆਮ ਆਦਮੀ ਪਾਰਟੀ ਦਮਗਜੇ ਮਾਰਦੀ ਹੈ, ਉਹ ਕਹਿੰਦੇ ਛੱਡਣਾ ਹੀ ਕੋਈ ਨਹੀਂ, ਕੋਈ ਗਲਤ ਬੰਦਾ ਸੀ। ਜਦੋਂ ਆਪਣੀ ਉੱਤੇ ਗ੍ਰਿਫਤਾਰੀ ਹੁੰਦੀ ਹੈ ਤਾਂ ਉੱਥੇ ਕਹਿ ਦਿੰਦੇ ਆ ਕਿ ਪੋਲੀਟੀਕਲ ਵੈਂਡੈਟਾ। ਇਹਨੂੰ ਕਿਵੇਂ ਦੇਖਦੇ ਹੋ? ਇਹ ਕੀ ਦੋਗਲੀ ਨੀਤੀ ਨਹੀਂ ਹੈ? ਉਹ ਤੇ ਮੇਰੇ ਖਿਆਲ ਉਹਨੇ ਨਾ ਇੱਕ ਵਾਰੀ ਘੁੱਗੀ ਨੇ ਕਿਹਾ ਸੀਗਾ ਵੀ ਤੇਰਾ ਕੁੱਤਾ ਕੁੱਤਾ ਤੇ ਮੇਰਾ ਕੁੱਤਾ ਟੌਮੀ ਹੈ। ਨਹੀਂ, ਸਾਡਾ ਕੁੱਤਾ ਕੁੱਤਾ, ਤੁਹਾਡਾ ਕੁੱਤਾ ਟੌਮੀ, ਇਦਾਂ ਦਾ ਸੀਗਾ। ਹਾਂਜੀ, ਚੱਕਰ ਇਹ ਸਾਰੀ ਨਾ ਰਾਜਨੀਤੀ ਦੇ ਵਿੱਚ ਸਮਝ ਦੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦੀ, ਉਹਨੂੰ ਕਹਿ ਦਈਏ ਵੀ ਘਾਟ ਕਹਿ ਲਓ ਤੁਸੀਂ, ਜਾਂ ਇਮੀਡੀਏਟ ਜਿਹੜਾ ਹੈਗਾ ਵਾ ਲਾ ਕਰਨ ਵਾਲੀ ਰਾਜਨੀਤੀ ਹੈਗੀ, ਕਿਉਂਕਿ ਰਾਜਨੀਤੀਵਾਨਾਂ ਦਾ ਸੁਭਾਅ ਹੀ ਏਦਾਂ ਦਾ ਬਣ ਗਿਆ। ਇਸੇ ਕਰਕੇ ਇਹਨਾਂ ਦੇ ਪੈਰ ਬਹੁਤੇ ਜ਼ਮੀਨ ਦੇ ਵਿੱਚ ਨਹੀਂ ਹੈ, ਜਦੋਂ ਮਾੜੀ ਜੀ ਹਵਾ ਚੱਲਦੀ ਆ ਉਖੜਨੇ ਸ਼ੁਰੂ ਹੋ ਜਾਂਦੇ ਆ। ਤਾਂ ਇਸ ਕਰਕੇ ਤੁਸੀਂ ਇਹ ਜਿਹੜੀ ਸੋਚ ਵਾ, ਜਿਹੜੀ ਸਮਝ ਵਾ, ਜਾਂ ਜਿਹੜਾ ਤੁਹਾਡਾ ਰਾਜਨੀਤਿਕ ਜਿਹੜਾ ਹੁੰਦਾ ਵਿਵਹਾਰ ਹੈ, ਜਾਂ ਜਿਹੜਾ ਤਜਰਬਾ ਹੈ, ਇਹਦਾ ਮੈਨੂੰ ਲੱਗਦਾ ਕਿ ਬਹੁਤ ਵੱਡੀ ਹੱਦ ਤੱਕ ਇਹਦੇ ਵਿੱਚ ਘਾਟ ਹੈ। ਤੁਸੀਂ ਇਹ ਆਪ ਉਧਰਾਪਣ ਵੀ ਹੈਗਾ ਵਾ। ਇਹ ਗੱਲ ਠੀਕ ਆ ਕਿ ਤਾਕਤ ਸਦਾ ਕਿਸੇ ਕੋਲ ਨਹੀਂ ਰਹਿੰਦੀ, ਠੀਕ ਆ। ਖਹਿਰਾ ਸਾਹਿਬ ਦਾ 2015 ਦਾ ਕੇਸ ਸੀਗਾ, ਉਹਦੇ ਵਿੱਚ ਵੀ ਸਪਲੀਮੈਂਟਰੀ ਲਿਸਟ ਹੈ। ਤੁਹਾਨੂੰ ਪਤਾ ਸਪਲੀਮੈਂਟਰੀ ਕਹਿੰਦੇ ਸੀ, ਅਸੀਂ ਸਿੱਟ ਬਣਾਈ ਸੀਗੀ ਜੀ, ਉਹੀ ਜਿਹੜੀ ਸਿੱਟ ਜਿਹੜੀ ਉਹ ਸਪਲੀਮੈਂਟਰੀ ਸੀ, 4 ਸੀਟ ਉੱਥੇ ਪੇਸ਼ ਕਰਦੇ ਆ, ਜਿਹਦੇ ਵਿੱਚ ਅੱਜ ਸੰਜੇ ਸਿੰਘ ਨੂੰ ਲੈ ਕੇ ਗਏ ਆ, ਜਾਂ ਜਿਹਦੇ ਵਿੱਚ ਕੱਲ ਨੂੰ ਹੋਰ ਕਿਸੇ ਨੂੰ ਫਸਾਉਣਾ ਵਾ। ਤੋ ਇਸ ਕਰਕੇ ਜੇ ਤੁਸੀਂ ਕਿਸੇ ਲਈ ਮਤਲਬ ਜਿਹੜਾ ਹੈਗਾ ਤੁਹਾਡਾ ਰਾਜਨੀਤੀ ਸਾਰਿਆਂ ਦੀ ਏਦਾਂ, ਇਸ ਵੇਲੇ ਸਮੱਸਿਆ ਸਭ ਤੋਂ ਵੱਡੀ ਦੇਸ਼ ਦੇ ਵਿੱਚ ਇਹ ਹੈਗੀ ਆ ਕਿ ਜਿਹੜੀ ਇਸ ਕਿਸਮ ਦੀ ਡਿਵੀਜ਼ਨ ਹੈਗੀ ਆ, ਜਿਸ ਕਿਸਮ ਦਾ ਵੈਂਡੇਟਾ ਹੈਗਾ ਵਾ, ਤੇ ਖਾਸ ਕਰਕੇ ਜਿਹੜੀਆਂ ਨੌਨ ਬੀਜੇਪੀ ਪਾਰਟੀ ਦੇ ਵਿੱਚ, ਉਹ ਲੋਕਾਂ ਲਈ ਬਹੁਤ ਵੱਡਾ ਚੈਲੰਜ ਬਣ ਰਿਹਾ, ਉਹ ਦੇਸ਼ ਲਈ ਬਹੁਤ ਵੱਡਾ ਚੈਲੰਜ ਬਣ ਰਿਹਾ ਹੈ। ਤੋ ਇਸ ਕਰਕੇ ਇਹ ਸੋਚਣਾ ਚਾਹੀਦਾ, ਕਿਉਂਕਿ ਪੋਲਿਟਿਕਸ ਦੇ ਵਿੱਚ ਹਾਸੋ ਹੀ ਨਹੀਂ ਗੱਲ ਹੋਈ ਕਿ 2015-17 ਦੇ ਵਿੱਚ ਜਦੋਂ ਖਹਿਰਾ ਸਾਹਿਬ ਇਹਨਾਂ ਦੇ ਨਾਲ ਸੀਗੇ ਤੇ ਭਗਵੰਤ ਸਿੰਘ ਮਾਨ ਜਿਹੜੇ ਸੀਗੇ ਉਹਨਾਂ ਦੇ ਬਿਆਨ ਵੀ ਆ ਗਏ ਵੀ ਉਹ ਕਹਿੰਦੇ ਬਿਲਕੁਲ ਉਹ ਏਦਾਂ ਹੋ ਗਈ ਹੈ। ਭਗਵੰਤ ਮਾਨ ਦਾ ਹੁਣ ਸੰਜੇ ਸਿੰਘ ਤੇ ਵੀ ਬਿਆਨ ਆ ਗਿਆ, ਉਹ ਕਹਿੰਦੇ ਕਿ ਜਿੱਥੇ ਜਨਤਾ ਦਾ ਸਾਥ ਨਾ ਜਿੱਥੇ ਜਨਤਾ ਸਾਥ ਨਾ ਦੇਵੇ ਉੱਥੇ ਈਡੀ ਦੇ ਜ਼ਰੀਏ ਧਮਕਾਉਣ ਦੀ ਮੋਦੀ ਜੀ ਦੀ ਆਦਤ ਬਣ ਗਈ ਹੈ, ਪਰ ਅਸੀਂ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਹਾਂ, ਅਸੀਂ ਡਰਨ ਵਾਲਿਆਂ ਚੋਂ ਨਹੀਂ ਆ। ਇਹ ਭਗਵੰਤ ਮਾਨ ਕਹਿ ਰਿਹਾ, ਔਰ ਇਹੀ ਗੱਲਾਂ ਸੁਖਪਾਲ ਸਿੰਘ ਖਹਿਰਾ ਕਹਿ ਰਿਹਾ। ਉਹ ਕਹਿੰਦੇ ਤੁਸੀਂ ਮੇਰੀ ਆਵਾਜ਼ ਨਹੀਂ ਦੱਬ ਸਕਦੇ, ਮੈਂ ਵੀ ਹੋਰ ਮਿੱਟੀ ਦਾ ਬਣਿਆ ਹੋਇਆ। ਇੱਥੇ ਤਾਂ ਲੋਕ ਵੀ ਇਹੀ ਸੋਚਦੇ ਆ ਕਿ ਸੁਖਪਾਲ ਖਹਿਰੇ ਨੂੰ ਦਬਾਇਆ ਹੀ ਇਸ ਕਰਕੇ ਜਾ ਰਿਹਾ ਕਿ ਉਹ ਆਵਾਜ਼ ਚੁੱਕਦਾ। ਜਿੰਨਾ ਦਬਾਓਗੇ ਉਹਨਾਂ ਬਾਉਂਸ ਬੈਕ ਕਰੂਗਾ। ਇੱਕ ਨਿਊਟਨ ਦਾ ਤੀਸਰਾ ਲਾਅ ਹੈਗਾ ਹੈ, ਜਿੱਡਾ ਵੱਡਾ ਐਕਸ਼ਨ ਹੁੰਦਾ ਉਹਦਾ ਅਗਲੇ ਪਾਸੇ ਰਿਐਕਸ਼ਨ ਹੁੰਦਾ। ਲੋਕੀ ਕਿੱਦਾਂ ਰਿਸਪੌਂਡ ਕਰਦੇ ਆ। ਖਹਿਰਾ ਸਾਹਿਬ ਨੂੰ ਜਿੰਨੀ ਮੈਂ ਕਹਿੰਦਾ ਵੀ ਉਸ ਸਮੇਂ ਲੋਕਾਂ ਨੇ ਸੁਣਿਆ ਜਾਂ ਸੋਸ਼ਲ ਮੀਡੀਆ ਤੇ ਸੁਣਿਆ ਵਾ, ਉਹਦੇ ਨਾਲ ਕੀ ਹੋਇਆ ਕਿ ਇਹ ਗੱਲ ਉਹ ਤਾਂ ਆਪਣੇ ਆਪ ਨੂੰ ਉਹਨਾਂ ਨੇ ਪ੍ਰੂਫ ਕਰ ਹੀ ਦਿੱਤਾ ਕਿ ਉਹ ਲੋਕਾਂ ਦੀ ਆਵਾਜ਼ ਉਠਾਉਂਦੇ ਆ। ਉਹ ਠੀਕ ਆ, ਉਹਨਾਂ ਦੀ ਕਈ ਵਾਰੀ ਉਹਦੇ ਕੁਐਸਚਨ ਆ ਜਾਂਦਾ ਕਿ ਉਹ ਉਹਨਾਂ ਦਾ ਸਟੈਂਡ ਜਿਹੜਾ ਪੋਲੀਟੀਕਲ ਜਿਹੜਾ ਹੁੰਦਾ ਉਹ ਸਟੈਂਡ ਬਦਲਦੇ ਆ, ਪਰ ਉਹਨਾਂ ਦਾ ਪੰਜਾਬ ਪ੍ਰਤੀ ਸਟੈਂਡ ਜਿਹੜਾ ਹੈਗਾ ਉਹ ਬਹੁਤ ਕਲੀਅਰ ਆ। ਔਰ ਪੰਜਾਬ ਨੂੰ ਇਹੋ ਜਿਹੇ ਬੰਦੇ ਜਿਹੜੇ ਹੈਗੇ ਆ ਅਲਟੀਮੇਟਲੀ ਉਹਨਾਂ ਦੇ ਆਈਕਨ ਬਣਦੇ ਆ ਕਿ ਇਹ ਵਿਅਕਤੀ ਉਹ ਹੈਗਾ ਕਿ ਜਿਹੜਾ ਘੱਟੋ ਘੱਟ ਪੰਜਾਬ ਦੇ ਵਿੱਚ ਪੰਜਾਬ ਦੇ ਹੱਕ ਦੇ ਪ੍ਰਤੀ ਸਟੈਂਡ ਉਠਾਉਣ ਲਈ ਆਪਣੀ ਪਾਰਟੀ ਦੇ ਲੀਡਰਾਂ ਨਾਲ ਵੀ ਪੰਗਾ ਲੈਂਦਾ। ਤੁਸੀਂ ਦੇਖੋ ਕਿ ਉਹਦੀ ਪਾਰਟੀ ਦਾ ਇੱਕ ਬਹੁਤ ਵੱਡਾ ਲੀਡਰ ਸੀ, ਉਹਦੇ ਬਾਰੇ ਵੀ ਉਹਨੇ ਸਟੇਟਮੈਂਟ ਦਿੱਤੀ। ਔਰ ਅਮਰਿੰਦਰ ਸਿੰਘ ਦੇ ਸਮੇਂ ਦੇ ਵਿੱਚ ਉਸ ਸਮੇਂ ਦੇ ਇੱਕ ਮੰਤਰੀ ਨੂੰ ਜਿਹੜਾ ਹੈਗਾ ਸੀ ਮੰਤਰੀ ਮੰਡਲ ਚੋਂ ਬਰਖਾਸਤ ਕਰਨਾ ਜਾਂ ਬਾਹਰ ਕੱਢਣ ਦੇ ਵਿੱਚ ਖਹਿਰਾ ਸਾਹਿਬ ਦਾ ਬਹੁਤ ਵੱਡਾ ਰੋਲ। ਮੈਨੂੰ ਲੱਗਦਾ ਕਿ ਥੋੜਾ ਬਹੁਤਾ ਉਹਨਾਂ ਨੂੰ ਹੋਰ ਜਿਹੜਾ ਡਿਸਿਪਲਿਨ ਹੈਗਾ ਉਹ ਲੱਗਦਾ ਉਹਨਾਂ ਨੂੰ ਵੀ ਇਹ ਸਮੱਸਿਆ ਹੱਲ ਹੋਣੀਆਂ ਚਾਹੀਦੀਆਂ। ਉਹਨਾਂ ਨੂੰ ਲੱਗਦਾ ਵੀ ਨਹੀਂ ਇਹ ਸਿਸਟਮ ਦੇ ਨਾਲੋਂ ਥੋੜਾ ਜਿਹੜਾ ਹੈਗਾ ਉਹ ਨਹੀਂ, ਪਰ ਡੈਮੋਕ੍ਰੇਟਿਕ ਸਿਸਟਮ ਦੇ ਵਿੱਚ, ਪਾਰਲੀਮੈਂਟ ਸਿਸਟਮ ਦੇ ਵਿੱਚ ਤੁਹਾਨੂੰ ਇੱਕ ਜਿਹੜਾ ਇਸ ਕਿਸਮ ਦਾ ਸਿਸਟਮ ਬਣਾਉਣਾ ਪਊਗਾ ਕਿ ਜਿਹੜਾ ਤੁਹਾਡੇ ਬਾਰੇ ਇਹ ਇਮੇਜ ਜਾਂਦਾ ਵਾ ਵੀ ਯਾਰ ਇੱਕ ਵਨ ਮੈਨ ਹੀ ਲੈ ਕੇ ਤੁਰ ਪੈਂਦੇ ਸਾਰਾ,
ਉਹ ਰੱਖੋ, ਆਪਣਾ ਪੰਜਾਬ ਪ੍ਰਤੀ ਏਜੰਡਾ ਰੱਖੋ, ਪਰ ਲੋਕਾਂ ਨੂੰ ਨਾਲ ਲੈ ਕੇ ਚੱਲਣ ਦਾ ਜੇ ਥੋੜਾ ਜਿਹਾ ਤੁਸੀਂ ਆਪਣਾ ਕੋਈ ਨਾ ਕੋਈ ਇਸ ਤਰੀਕੇ ਦਾ ਤਾਣਾ ਬਾਣਾ ਬਣਾ ਲਓ ਤੇ ਨੈਚੁਰਲੀ ਤੁਸੀਂ ਮਰਦ ਹੁੰਦੇ ਹੋ। ਇਹ ਗੱਲ ਬਿਲਕੁਲ ਠੀਕ ਆ। ਕੱਲ ਨੂੰ ਪੰਜਾਬ ਵਾਲਿਆਂ ਤੇ ਇਹਨਾਂ ਦੇ ਕੋਈ ਪੈਂਦੀ ਆ, ਭੀੜ ਪੈਂਦੀ ਆ, ਤੇ ਫਿਰ ਜੇ ਇਹੀ ਇਹ ਗੱਲ ਕਹਿਣਗੇ ਤੇ ਲੋਕੀ ਤੇ ਫਿਰ ਹੱਸਣਗੇ ਵੀ ਭਾਈ ਉਹ ਤਾਂ ਹੈਗਾ ਜਿੱਦਾਂ ਪੁਰਾਣੇ ਸਮੇਂ 'ਚ ਕਿਸੇ ਨੇ ਕਿਹਾ ਹੈ ਨਾ ਵੀ ਕੋਈ ਆਪਣੇ ਬੁੜੇ ਨੂੰ ਰਿਆਜ਼ ਸੁੱਟਣ ਚੱਲਿਆ ਸੀਗਾ, ਤੇ ਉਹ ਜਦੋਂ ਲੱਗ ਉੱਥੇ ਗਿਆ ਵਿੱਚ ਤੇ ਉਹਦਾ ਬੁੜਾ ਕਹਿੰਦਾ ਕਾਕਾ ਏਦਾਂ ਕਰ, ਮੈਨੂੰ ਥੋੜਾ ਜਿਹਾ ਹੋਰ ਪਰੇ ਸੁੱਟ ਗਿਆ, ਕਹਿੰਦਾ ਇੱਥੇ ਤੇ ਮੈਂ ਆਪਣੇ ਪਿਓ ਨੂੰ ਸੁੱਟਿਆ ਸੀਗਾ। ਜਿਹੜੀ ਵੈਂਡੇਟਾ ਪੋਲਿਟਿਕਸ ਹੈਗੀ ਆ, ਜਿਹੜੀ ਇਹਨਾਂ ਲੀਡਰਾਂ ਦੀ ਖੁੰਦਕਬਾਜ਼ੀ ਆ, ਉਹਦੇ ਨਾਲ ਜਿਹੜੇ ਲੋਕਾਂ ਦੇ ਮੁੱਦੇ, ਸਾਡਾ ਸਰੋਕਾਰ ਲੋਕਾਂ ਦੇ ਮੁੱਦੇ ਹੋਣਾ ਚਾਹੀਦਾ। ਬਿਲਕੁਲ ਠੀਕ। ਲੋਕਾਂ ਦੇ ਮੁੱਦਿਆਂ ਤੇ ਜਿਹੜੀ ਡਿਸਕਸ਼ਨ ਹੋਵੇ, ਲੋਕਾਂ ਦੇ ਮੁੱਦਿਆਂ ਤੇ ਸਰਕਾਰਾਂ ਦਾ, ਆਪੋਜੀਸ਼ਨ ਵਾਲਿਆਂ ਦਾ ਧਿਆਨ ਖਿੱਚਿਆ ਜਾਵੇ, ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸਰਕਾਰ ਨੇ ਜਾਂ ਜਿਹੜੀ ਆਪੋਜੀਸ਼ਨ ਵਾਲੇ ਵਾਅਦੇ ਕਰਦੇ ਆ। ਪਰ ਹੁੰਦਾ ਕੀ ਅਲਟੀਮੇਟਲੀ ਬੀਜੇਪੀ ਵੀ ਇਹੀ ਕੰਮ ਕਰ ਰਹੀ ਆ। ਬੀਜੇਪੀ ਦੇ ਸਾਹਮਣੇ ਬਹੁਤ ਵੱਡੇ ਚੈਲੰਜ ਆ। ਤੁਸੀਂ ਦੇਖੋ ਕੈਨੇਡਾ ਦਾ ਮਸਲਾ ਆ ਗਿਆ, ਰਾਹੁਲ ਗਾਂਧੀ 2 ਦਿਨ ਇੱਥੇ ਰਹਿ ਕੇ ਚਲੇ ਗਏ, ਜਿੱਡਾ ਵੱਡਾ ਮਾਸਟਰ ਸਟ੍ਰੋਕ, ਪੋਲੀਟੀਕਲ ਮਾਸਟਰ ਸਟ੍ਰੋਕ ਰਾਹੁਲ ਗਾਂਧੀ ਖੇਡ ਕੇ ਗਏ ਆ। ਮੈਨੂੰ ਲੱਗਦਾ ਵੀ ਨਾ ਅਕਾਲੀ ਦਲ ਵਾਲਿਆਂ ਨੂੰ ਸਮਝ ਆਇਆ, ਨਾ ਬੀਜੇਪੀ ਨੂੰ ਸਮਝ ਆਇਆ, ਨਾ ਜਿਹੜੇ ਹੋਰ ਆਪ ਵਾਲੇ ਸੀ ਉਹਨਾਂ ਨੂੰ ਸਮਝ ਆਇਆ ਇਹਦੇ ਵਿੱਚੋਂ। ਇਸ ਕਰਕੇ ਇਹਨਾਂ ਨੇ ਰੌਲਾ ਬਥੇਰਾ ਪਾਇਆ ਵੀ ਰਾਹੁਲ ਗਾਂਧੀ ਆ ਕੇ ਸਿਆਸਤ ਕਰ ਗਏ, ਪਰ ਲੋਕਾਂ ਨੇ ਗੌਲਿਆ ਨਹੀਂ। ਰਾਹੁਲ ਗਾਂਧੀ ਦੇ ਵੇਖੋ ਇਹ ਨਾ ਵੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇੱਥੇ ਸਾਰਾ ਕੁਝ ਕੀਤਾ, ਸਿਆਸਤ ਤੇ ਬਹੁਤ ਵੱਡੀ ਆ, ਪਰ ਉਹ ਸਿਆਸਤ ਦਾ ਮਤਲਬ ਜਿਹੜਾ ਹੈਗਾ ਵਾ ਉਹ ਬਹੁਤ ਹੀ ਜਿਹੜਾ ਹੈਗਾ ਵਾ ਉਹ ਜਿਹੜਾ ਉਹਨੂੰ ਕਹੀਏ ਫਾਰ ਸਾਈਟਡ ਹੈਗਾ। ਉਹਦੇ ਅਗੇਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭਾਵ ਹੋਣਗੇ ਕਿ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਇੱਥੇ ਉਹ ਪ੍ਰੈਜ਼ੈਂਟ ਕਰਕੇ ਗਿਆ ਹੈ, ਕਿਸ ਤਰੀਕੇ ਦੇ ਨਾਲ ਉਹਨੇ ਸਾਰਾ ਜਿਹੜਾ ਮੀਡੀਆ ਦੀ ਉਹਦੀ ਅਟਰੈਕਸ਼ਨ ਲਈ ਆ, ਔਰ ਉਸ ਸਮੇਂ 'ਚ ਕੀਤੀ ਆ ਕਿ ਜਦੋਂ ਖਾਸ ਕਰਕੇ ਜਿਹੜਾ ਆਪਣਾ ਸਿੱਖ ਭਾਈਚਾਰਾ ਹੈ ਜਾਂ ਪੰਜਾਬੀ ਭਾਈਚਾਰਾ ਹੈ ਜਾਂ ਦੇਸ਼ ਦਾ ਭਾਈਚਾਰਾ ਹੈ, ਉਹ ਮੋਦੀ ਨਾਲੋਂ ਆਈਸੋਲੇਟ ਹੋ ਰਿਹਾ। ਇੱਕ ਸਪੇਸ ਕ੍ਰੀਏਟ ਹੋ ਰਹੀ ਖਾਸ ਕਰਕੇ ਪੰਜਾਬੀ ਭਾਈਚਾਰੇ ਦੇ ਵਿੱਚ, ਔਰ ਉਹ ਸਪੇਸ ਨੂੰ ਕਿੱਦਾਂ ਇੱਕ ਵਿਜ਼ਿਟ ਨੇ ਜਿਹੜਾ ਹੈਗਾ ਵਾ ਉਹ ਕਿੰਨੀ ਵੱਡੀ ਜਿਹੜੀ ਉਸ ਲੀਡਰ ਨੂੰ ਜਿਹੜੀ ਉਹਦੇ ਸਪੇਸ ਦੇ ਦਿੱਤੀ ਆ। ਤਾਂ ਮੇਰਾ ਕਹਿਣ ਤੋਂ ਭਾਵ ਹੈ ਕਿ ਇਹ ਕਈ ਵਾਰੀ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਕਹਿਣ ਨਾਲੋਂ, ਰੌਲੀ ਪਾਉਣ ਨਾਲੋਂ ਤੁਹਾਡੇ ਜਿਹੜੇ ਐਕਸ਼ਨ ਹੁੰਦੇ ਜਿਹੜੇ ਆ ਉਹ ਜ਼ਿਆਦਾ ਤੁਹਾਡਾ ਮੀਨਿੰਗਫੁਲ ਹੋ ਜਾਂਦੇ ਆ। ਪਰ ਇਹ ਗੱਲ ਬਹੁਤ ਇੱਥੇ ਜ਼ਰੂਰ ਆ ਕਿ ਬੀਜੇਪੀ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਡੈਸਪੀਰੇਟ ਹੈਗੀ ਆ। ਉਹਨੂੰ ਲੱਗਦਾ ਕਿ ਕੋਈ ਪਾਸਾ ਜਿਹੜਾ ਉਹਦੇ ਸਾਹਮਣੇ ਉਹਦੇ ਕੰਮ ਨਹੀਂ ਆ ਰਿਹਾ। ਜਿਸ ਤਰੀਕੇ ਨਾਲ ਪੱਤਰਕਾਰਾਂ ਨੂੰ ਚੁੱਕਿਆ, ਪੱਤਰਕਾਰਾਂ ਨੂੰ ਸਵਾਲ ਕੀ ਪੁੱਛੇ ਕਿ ਤੁਸੀਂ ਕਿਸਾਨ ਅੰਦੋਲਨ ਬਾਰੇ ਕੀ ਲਿਖਿਆ, ਤੁਸੀਂ ਸੀਏ ਬਾਰੇ ਕੀ ਲਿਖਿਆ, ਤੁਹਾਡਾ ਲਖੀਮਪੁਰ ਖੀਰੀ ਦਾ ਜਿਹੜਾ ਹੈਗਾ ਸੀ ਉਹਦੇ ਉੱਤੇ ਤੁਸੀਂ ਕੀ ਲਿਖਿਆ, ਤੁਸੀਂ ਸ਼ਹੀਨ ਬਾਗ ਬਾਰੇ ਕੀ ਲਿਖਿਆ, ਤੁਸੀਂ ਜੀਐਨਯੂ ਦੀ ਜਿਹੜੀ ਹੈਗੀ ਸਟੂਡੈਂਟਸ ਉਹਦੇ ਬਾਰੇ। ਮੁੱਕਦੀ ਗੱਲ ਡਾਕਟਰ ਸਾਹਿਬ ਐਂ ਲੱਗ ਰਹੀ ਆ ਵੀ ਜਿਵੇਂ ਦਿੱਲੀ ਦੇ ਵਿੱਚ ਕਹਿ ਲਓ ਜਾਂ ਫਿਰ ਦੇਸ਼ ਦੇ ਵਿੱਚ ਕਹਿ ਲਓ ਕਿ ਬੀਜੇਪੀ ਕਰ ਰਹੀ ਹੈ, ਉਸੇ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਕਰ ਰਹੀ ਹੈ, ਕਿਉਂਕਿ ਪੱਤਰਕਾਰਾਂ ਨੂੰ ਤਾਂ ਇੱਥੇ ਵੀ ਨਹੀਂ ਬਖਸ਼ਿਆ ਜਾ ਰਿਹਾ। ਇੱਥੇ ਤੱਕ ਕਿ ਤੁਹਾਡੇ ਸਾਹਮਣੇ ਮੈਂ ਬੈਠਾ, ਮੈਨੂੰ ਤੱਕ ਨਹੀਂ ਬਖਸ਼ਿਆ ਗਿਆ ਪੁਲਿਸ ਦੇ ਵੱਲੋਂ। ਸਿਰ ਭੁੱਲ ਜਾਂਦੇ ਆ, ਏਦਾਂ ਆਵਾਜ਼ ਨਹੀਂ ਦਵਾਈ ਸਕਦੀ। ਆਰਗੂਮੈਂਟ ਕਰੋ, ਤੁਸੀਂ ਕੋਈ ਗੱਲ ਕਹਿੰਦੇ ਹੋ ਜਵਾਬ ਦੇ ਦਿਓ ਜਦੋਂ ਕਹੇਗਾ। ਤੁਸੀਂ ਕਿੰਨਾ ਚਿਰ ਲੋਕਾਂ ਨੂੰ ਦਬਾਓਗੇ? ਅਸੀਂ ਇੱਕ ਉਸ ਦੁਨੀਆ 'ਚ ਰਹਿ ਰਹੇ ਹਾਂ, ਉਸ ਨਿਜ਼ਾਮ 'ਚ ਰਹਿ ਰਹੇ ਹਾਂ ਜਾਂ ਸਾਡੇ ਕੋਲ ਉਹ ਸਾਧਨ ਹੈਗੇ, ਸਾਡੇ ਕੋਲ ਸੰਵਿਧਾਨ ਆ। ਹਾਂ, ਪੁਲਿਸ ਲਿਆਉਂਦੇ ਧੱਕਾ ਕਰ ਦਿੰਦੇ ਆ, ਜ਼ਬਾਨ ਬੰਦ ਕਰਾਉਂਦੇ ਆ, ਪਰ ਜਿਹੜੀ ਜ਼ਬਾਨ ਬੰਦ ਕਰਾਉਣ ਵਾਲੀ ਜਿਹੜੀ ਗੱਲ ਹੁੰਦੀ ਹੈ ਬਹੁਤਾ ਲੰਮਾ ਸਮਾਂ ਨਹੀਂ ਚੱਲਦੀ ਨਹੀਂ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ। ਇਸ ਕਰਕੇ ਜਿੰਨਾ ਜੇ ਤੁਸੀਂ ਲੰਮਾ ਸਮਾਂ ਸਰਵਾਈਵ ਕਰਨਾ, ਮੈਂ ਤੇ ਇਹ ਜਿਹੜੀ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਕਿੰਨੇ ਪਿਆਰ ਨਾਲ, ਸਤਿਕਾਰ ਨਾਲ ਆਪਾ ਵਾਰ ਕੇ ਜਿਹੜਾ ਸੀ ਏਡਾ ਵੱਡਾ ਇਹਨਾਂ ਨੂੰ ਫਤਵਾ ਦਿੱਤਾ। ਨਾ ਸਿਰਫ ਰਾਜਨੀਤਿਕ ਫਤਵਾ ਦਿੱਤਾ 92 ਸੀਟਾਂ ਦੇ ਵਿੱਚ, ਲੋਕ ਇਹਨਾਂ ਦੇ ਨਾਲ ਧਿਰ ਬਣੇ। ਇਹਨਾਂ ਕੋਲ ਬਹੁਤ ਵੱਡਾ ਮੌਕਾ ਸੀ, ਅਜੇ ਵੀ ਹੈਗਾ ਕਿ ਪੰਜਾਬ ਦੇ ਜਿਹੜੇ ਮੁੱਦੇ ਆ, ਇਹ ਵੈਂਡੇਟਾ ਜਿਹੜੀ ਰਾਜਨੀਤੀ ਤੋਂ ਲਾਂਭੇ ਹਟ ਕੇ ਤੁਸੀਂ ਜਿਹੜੇ ਮੇਨ ਮੁੱਦੇ ਲੋਕਾਂ ਦੇ ਹੈਗੇ ਆ, ਜਿਹੜਾ ਪੋਲੀਟੀਕਲ ਲੀਡਰ ਹਰ ਇੱਕ ਨੂੰ ਪਤਾ ਕਿਹੜਾ ਕਰਪਟ ਹੈ ਇੱਥੇ। ਬਿਲਕੁਲ ਠੀਕ। ਹਰ ਇੱਕ ਨੂੰ ਪਤਾ ਵਾ ਵੀ ਕਿਹੜਾ ਬੰਦਾ ਲੋਕਾਂ ਦੇ ਅਗੇਂਸਟ ਉਹਨਾਂ ਕੰਮ ਕੀਤਾ, ਲੋਕਾਂ ਨੇ ਤਾਂ ਉਹਨਾਂ ਨੂੰ ਸਬਕ ਸਿਖਾ ਦਿੱਤਾ। ਬਿਲਕੁਲ ਭਾਈ, ਸਬਕ ਸਿਖਾਤਾ। ਤੁਸੀਂ ਚੰਗੇ ਕੰਮ ਕਰੋ ਕਿ ਲੋਕੀ ਨੈਚੁਰਲ ਤੌਰ ਤੇ ਤੁਹਾਡੀ ਧਿਰ ਬਣ ਜਾਣ। ਜਦੋਂ ਲੋਕ ਧਿਰ ਬਣ ਜਾਂਦੇ ਆ, ਫਿਰ ਤੁਹਾਨੂੰ ਬਹੁਤਾ ਜਿਹੜਾ ਇਹ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ, ਬਹੁਤਾ ਲੋਕਾਂ ਨੂੰ ਟਿਚਰਾ ਕਰਨ ਦੀ ਲੋੜ ਨਹੀਂ ਹੁੰਦੀ, ਰਿਡੀਕਿਊਲ ਕਰਨ ਦੀ ਲੋੜ ਨਹੀਂ ਹੁੰਦੀ। ਤੁਸੀਂ ਆਪਣਾ ਕੰਮ ਕਰੋ। ਪੰਜਾਬ ਕੰਮ ਜਿਹੜਾ ਛੋਟਾ ਜਿਹਾ ਪੰਜਾਬ ਵਾ, ਉੱਥੇ ਸਿੱਖ ਵਜੇ ਕਿਸੇ ਨੂੰ ਉੱਥੇ ਆਪਣੇ ਅਬੋਹਰ ਦੇ ਵਿੱਚ ਇੱਥੇ ਪਤਾ ਲੱਗ ਜਾਂਦਾ ਉਹਦੇ ਵਿੱਚੋਂ। ਤੇ ਇਸ ਕਰਕੇ ਜਿਹੜਾ ਜ਼ਿਆਦਾ ਵਿਖਾਵੇ ਵਾਲਾ ਕੰਮ ਹੈਗਾ ਉਹ ਵੀ ਐਜੀਟੇਟ ਕਰਦਾ। ਜਿਸ ਤਰੀਕੇ ਨਾਲ ਅਸੀਂ ਦੇਖਿਆ ਅੰਮ੍ਰਿਤਸਰ ਦੇ ਵਿੱਚ ਅਜੇ ਵੀ ਪੋਲ ਲੱਗੇ ਪਏ ਆ। ਭਾਈ ਤੁਸੀਂ 5 ਕਿਲੋਮੀਟਰ ਦੇ ਪੋਲ ਆ, ਸਭ ਨੂੰ ਪਤਾ ਸਰਦਾਰ ਭਗਵੰਤ ਸਿੰਘ ਆ ਰਿਹਾ, ਸਭ ਨੂੰ ਪਤਾ ਕੇਜਰੀਵਾਲ ਸਾਹਿਬ ਆ ਰਹੇ, ਸਭ ਨੂੰ ਪਤਾ ਸਕੂਲੀ ਆ ਰਹੇ ਆ। ਸ਼ਾਇਦ ਪਟਿਆਲੇ ਵੀ ਏਦਾਂ ਹੀ ਹੋਇਆ ਕਿ ਉਹਦੇ ਵਿੱਚ ਵੀ ਸ਼ਾਇਦ ਇੰਨਾ ਜ਼ਿਆਦਾ ਬੱਸਾਂ, ਦੂਸਰਾ ਤੀਸਰਾ, ਇਹ ਉਸੇ ਰਾਹ ਪੈ ਗਿਆ। ਜੇ ਇਹ ਰਵਾਇਤੀ ਪਾਰਟੀਆਂ ਦੇ ਰਾਹ ਪੈ ਗਿਆ ਤੇ ਇਹਨਾਂ ਦੀਆਂ ਜੜ੍ਹਾਂ ਰਵਾਇਤੀ ਪਾਰਟੀਆਂ ਨਾਲੋਂ ਬਹੁਤ ਹੀ ਜਿਹੜੀਆਂ ਉੱਪਰ ਵਾ, ਬਿਲਕੁਲ ਬਹੁਤ ਡੂੰਘੀਆਂ ਨਹੀਂ ਹੈਗੀਆਂ। ਤਾਂ ਫਿਰ ਇਹਨਾਂ ਦੀ ਪੱਟੀਆਂ ਗਈਆਂ ਤਾਂ ਇਹ ਤਾਂ ਉੱਪਰ ਵਾਲੀਆਂ ਤਾਂ ਫਿਰ ਜਿਹਦੀ ਵੀ ਪੱਟੀਆਂ ਜਾਣਗੀਆਂ।
ਬਿਲਕੁਲ ਬਿਲਕੁਲ। ਚਲੋ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬੜਾ ਧੰਨਵਾਦ ਜੀ। ਥੈਂਕ ਯੂ। ਹਾਂ, ਤਾਂ ਇਹ ਸਨ ਡਾਕਟਰ ਜਗਰੂਪ ਸਿੰਘ ਸੇਖੋਂ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਸੇਖੋਂ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।